वन्दे गुरुराम्यं वन्दे रामसुतं विवेकजलधो वन्दे गोविन्दहरिं वन्दे श्रीहरराय नन्दकुवरं वन्दे गुरुनौम्यं वन्दे सिंहगोविन्दबोध्यमले वन्दे गुरुग्रन्थ्यं वन्दे गुरुग्रन्थ्यं गुर की मूरत मन में ध्यान गुर के शब्द मंत्र मन मान गुर के चरण हृदय तारो गुर पार ब्रह्म सदा नमस्कारो। तन तन शब्दावतार चवर छतर तखत दे मालिक ज्ञान स्वरूप मोहित स्वरूप धन धन साहिब श्री गुरु ग्रंथ साहिब जी परम सत्कारयोग संत बाबा हरचरण सिंह जी परम सत्कारयोग भाई गुरमीत सिंह जी परम सत्कारयोग भाई सुरजीत सिंह जी अबलोवाल एवं गुरु रूप गुरु प्यारी साध संगत जी आओ फतेह दी सांझ पाइए। वाहिगुरु जी का खालसा वाहिगुरु जी की फतेह। साध संगत जी आपां हुणे हुणे ही भाई गुरमीत सिंह जी दे कोलों बहुत ही सुंदर मनोहर कीर्तन श्रवण कर रहे सी जो साडे परम सत्कारयोग संत बाबा हरचरण सिंह जी वालों 1 जनवरी तो लैकर के 5 फरवरी तक 36 दिन का ये गुर भगती शब्द जाप समागम चल रहा है। इस दे विच आपां सारे ही गुरमत के सिद्धांतां दा गुरमत दीआं विचारां दा कीर्तन दा कथा दा आनंद माणदे। ये नहीं कि इत्थे आ करके आपां केवल कीर्तन श्रवण करते हाँ कथा श्रवण करते हाँ नाल ही महापुरुष सानू जो कथा दे विच असीं श्रवण करते हाँ कीर्तन दे विच श्रवण करते हाँ उस दे नाल भी महापुरुष सानू जोड़ते हैं कि भाई तुसीं नाम जपना है मूल मंत्र जपना है सुखमनी साहिब दे जाप करने हैं जपजी साहिब दे जाप करने हैं गुरमंत्र दा जाप करना। अज दा जो अपना विषय है महापुरुषां वालों जो आग्या हुई सी सिद्ध गोष्ठ बाणी दे उत्ते अज आपां विचार करना क्योंकि महापुरुषां ने इस साल दा जिहड़ा समागम है ये धन धन श्री गुरु नानक पातशाह जी दे 550 साल नूं समर्पित महापुरुष करवा रहे हैं। जदों असीं उस समय वल तकदे हाँ जिस समय धन धन श्री गुरु नानक पातशाह जी ने अवतार धारण किया आप नारायण कला धार जग मह परवरियो निरंकार आकार जोत जग मंडल करियो। उस परम पिता परमात्मा अकाल पुरख वाहिगुरु ने जदों देखिया कि संसार दे विच दुराचार अत्याचार पापाचार बहुत वध चुका है उस दुराचार नूं रोकण वास्ते पापाचार नूं रोकण वास्ते जिहड़ी संसार दी मर्यादा है उस नूं निजमत रूप दे विच चलाउण वास्ते उस परम पिता परमात्मा अकाल पुरख ने आप धन धन श्री गुरु नानक पातशाह जी अवतार धारण किया।
ਸਭ ਤੋਂ ਪਹਿਲਾਂ ਜਦੋਂ ਅਸੀਂ ਅਵਤਾਰ ਦੇ ਬਾਰੇ ਵਿਚਾਰ ਕਰਦੇ ਹਾਂ 6 ਪ੍ਰਕਾਰ ਦੇ ਅਵਤਾਰ ਮੰਨੇ ਜਾਂਦੇ ਹਨ। ਨਿਤ ਅਵਤਾਰ, ਨਿਮਿਤ ਅਵਤਾਰ, ਅੰਸ਼ਾ ਅਵਤਾਰ, ਅਵੇਸ਼ਾ ਅਵਤਾਰ, ਪੂਰਨ ਅਵਤਾਰ, ਪੂਰਨਤਮ ਅਵਤਾਰ। ਨਿਤ ਅਵਤਾਰ ਕਹਿੰਦੇ ਹਨ ਸਤਿਪੁਰਸ਼ਾਂ ਨੂੰ, ਗੁਰਮੁਖ ਪੁਰਸ਼ਾਂ ਨੂੰ, ਮਹਾਂਪੁਰਸ਼ਾਂ ਨੂੰ। ਨਿਮਿਤ ਅਵਤਾਰ ਕਹਿੰਦੇ ਹਨ ਜਿਹੜਾ ਕਿਸੇ ਨਾ ਕਿਸੇ ਨਿਮਿਤ ਨੂੰ ਲੈ ਕਰਕੇ ਅਵਤਾਰ ਧਾਰਨ ਕਰਦੇ ਹਨ ਪਰਮੇਸ਼ਰ। ਜਿਸ ਤਰ੍ਹਾਂ ਧਰੂ ਦੇ ਪਰਥਾਏ, ਪ੍ਰਹਿਲਾਦ ਦੇ ਪਰਥਾਏ ਪਰਮੇਸ਼ਰ ਨੇ ਅਵਤਾਰ ਧਾਰਨ ਕੀਤਾ। ਅਵੇਸ਼ਾ ਅਵਤਾਰ ਕਹਿੰਦੇ ਹਨ ਜਿਹੜਾ ਕਿਸੇ ਦੂਸਰੇ ਦੇ ਵਿੱਚ ਆਵੇਸ਼ ਆਉਣਾ। ਆਓ ਕਲੰਦਰ ਕੇਸ਼ਵਾ ਕਰ ਅਬਦਾਲੀ ਭੇਸਵਾ। ਨਿਤ ਅਵਤਾਰ, ਨਿਮਿਤ ਅਵਤਾਰ, ਆਵੇਸ਼ਾ ਅਵਤਾਰ, ਅੰਸ਼ਾ ਅਵਤਾਰ। ਅੰਸ਼ਾ ਅਵਤਾਰ ਕਹਿੰਦੇ ਹਨ ਕਿ ਜਿਹੜੀਆਂ ਉਸ ਪਰਮ ਪਿਤਾ ਪਰਮਾਤਮਾ ਦੀਆਂ ਕਲਾ ਹਨ ਉਹਨਾਂ ਦੇ ਵਿੱਚੋਂ ਕੁਝ ਕਲਾ ਜਿਸ ਜੀਵ ਦੇ ਵਿੱਚ, ਜਿਸ ਮਹਾਨ ਸ਼ਖਸੀਅਤ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀਆਂ ਹਨ ਉਹਨੂੰ ਕਹਿੰਦੇ ਹਨ ਅੰਸ਼ਾ ਅਵਤਾਰ। ਜਿਵੇਂ ਪ੍ਰਿਥੂ ਆਦਿ ਰਾਜੇ ਹੋਏ। ਪੂਰਨ ਅਵਤਾਰ ਕਹਿੰਦੇ ਹਨ ਰਾਮ ਭਗਵਾਨ ਦਾ ਅਵਤਾਰ, ਕ੍ਰਿਸ਼ਨ ਭਗਵਾਨ ਦਾ ਅਵਤਾਰ, ਇਹ ਪੂਰਨ ਅਵਤਾਰ ਹੋਏ। ਅਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੂਰਨਤਮ ਅਵਤਾਰ ਧਾਰਨ ਕੀਤਾ। ਸਾਡੀਆਂ 10 ਗੁਰੂ ਜੋਤਾਂ ਪੂਰਨਤਮ ਅਵਤਾਰ ਹੋਈਆਂ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਸ਼ੰਕਾ ਪੈਦਾ ਹੁੰਦੀ ਹੈ ਕਿ ਅਸੀਂ ਗੁਰੂਆਂ ਦੇ ਨਾਲ, ਅਵਤਾਰਾਂ ਦੇ ਨਾਲ ਗੁਰੂ ਸ਼ਬਦ ਕਿਉਂ ਲਗਾਉਂਦੇ। ਅੱਜ ਤੱਕ ਜਿੰਨੇ ਵੀ ਅਵਤਾਰ ਹੋਏ ਹਨ ਬੇਸ਼ੱਕ ਉਹ ਅਨੇਕ ਜੀਵਾਂ ਦੇ ਗੁਰੂ ਹੋਏ ਹਨ, ਅਨੇਕ ਜੀਵਾਂ ਨੇ ਉਹਨਾਂ ਨੂੰ ਗੁਰੂ ਧਾਰਨ ਕੀਤਾ ਹੈ। ਉਹਨਾਂ ਨੇ ਸੰਸਾਰ ਦੀ ਲੁਕਾਈ ਨੂੰ ਉਪਦੇਸ਼ ਦਿੱਤਾ ਹੈ ਅਧਿਆਤਮ ਦਾ, ਪਰ ਉਹਨਾਂ ਅਵਤਾਰਾਂ ਦੇ ਨਾਲ ਗੁਰੂ ਸ਼ਬਦ ਨਹੀਂ ਲੱਗਦਾ। ਜਿਹੜਾ ਗੁਰੂ ਸ਼ਬਦ ਲੱਗਦਾ ਹੈ ਉਹ ਕੇਵਲ ਜਿਹੜੇ ਉਹਨਾਂ ਦੇ ਸ਼ਿਸ਼ ਹਨ, ਜਿਹੜੇ ਉਹਨਾਂ ਦੇ ਚੇਲੇ ਹਨ, ਜਿਹੜੇ ਉਹਨਾਂ ਦੇ ਪੈਰੋਕਾਰ ਹਨ, ਉਹ ਉਹਨਾਂ ਨੂੰ ਗੁਰੂ ਮੰਨਦੇ। ਪਰ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 10 ਅਵਤਾਰਾਂ ਦੇ ਨਾਲ ਗੁਰੂ ਸ਼ਬਦ ਲੱਗਦਾ ਹੈ। ਕਿਉਂ ਲੱਗਦਾ ਹੈ? ਕਿਉਂਕਿ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵੇਈ ਦੇ ਵਿੱਚ ਪ੍ਰਵੇਸ਼ ਕਰਕੇ ਸੱਚਖੰਡ ਪਹੁੰਚੇ, ਉੱਥੇ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਮੂਲ ਮੰਤਰ ਦੀ ਬਖਸ਼ਿਸ਼ ਬਖਸ਼ੀ ਅਤੇ ਨਾਲ ਆਗਿਆ ਕੀਤੀ ਕਿ ਤੁਸੀਂ ਸੰਸਾਰ ਦੇ ਵਿੱਚ ਜਾ ਕਰਕੇ ਨਾਮ ਨੂੰ ਜਪਾਉਣਾ ਕਰੋ। ਉੱਥੇ ਅਕਾਲ ਪੁਰਖ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਗੁਰੂ ਸ਼ਬਦ ਦਿੱਤਾ ਸੀ। ਇਸ ਵਾਸਤੇ ਭਾਈ ਜਿਹੜੇ ਸਾਡੇ 10 ਅਵਤਾਰ ਹੋਏ ਹਨ ਇਹ ਗੁਰੂ ਅਵਤਾਰ ਹੋਏ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ, ਦਸ਼ਮੇਸ਼ ਪਿਤਾ ਜੀ ਨੇ ਅੱਗੇ ਸਾਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜਿਆ, ਜਿੱਥੋਂ ਸਾਡੇ ਸਿੱਖ ਜਗਤ ਦੇ ਵਿੱਚ ਸ਼ਬਦ ਗੁਰੂ ਦੇ ਨਾਲ ਅਸੀਂ ਜੁੜਨ ਦਾ ਜਿਹੜਾ ਸਿਧਾਂਤ ਹਾਂ ਉਹਨੂੰ ਅਪਣਾਉਂਦੇ। ਵਾਸਤਵਿਕ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਪਹਿਲਾਂ ਵੀ ਜਿਹੜਾ ਸਿਧਾਂਤ ਸੀ ਉਹ ਸ਼ਬਦ ਦਾ ਸੀ। ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਲਈਏ, 10ਵੇਂ ਪਾਤਸ਼ਾਹ ਤੱਕ ਲੈ ਲਈਏ, ਜਿੰਨਾ ਵੀ ਉਹਨਾਂ ਨੇ ਆਪਣੇ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ ਉਹ ਸ਼ਬਦ ਦੇ ਦੁਆਰਾ ਦਿੱਤਾ ਹੈ। ਵਾਸਤਵਿਕ ਦੇ ਵਿੱਚ ਗੁਰੂ ਜਿਹੜਾ ਹੈ ਉਹ ਸ਼ੁਰੂ ਤੋਂ ਸ਼ਬਦ ਹੀ ਚੱਲਿਆ ਹੁੰਦਾ। ਅਗਰ ਅਸੀਂ ਸ੍ਰਿਸ਼ਟੀ ਦੇ ਆਰੰਭ ਤੋਂ ਲੈ ਲਈਏ ਕਿ ਜਦੋਂ ਤੋਂ ਸ੍ਰਿਸ਼ਟੀ ਪ੍ਰਾਰੰਭ ਹੋਈ ਹੈ ਉਦੋਂ ਤੋਂ ਵੀ ਜਿਹੜਾ ਗੁਰੂ ਹੈ ਉਹ ਵਾਸਤਵਿਕ ਦੇ ਵਿੱਚ ਸ਼ਬਦ ਹੀ ਰਿਹਾ ਹੈ। ਸ਼ਬਦ ਨੂੰ ਹੀ ਗੁਰੂ ਦੀ ਮਾਨਤਾ ਸੀ। ਸਰੀਰ ਬਦਲਦੇ ਰਹਿੰਦੇ ਹਨ ਪਰ ਸ਼ਬਦ ਉਹੀ ਰਹਿੰਦਾ ਹੈ। ਸਾਡੀਆਂ 10 ਗੁਰੂ ਜੋਤਾਂ ਬਦਲਦੀਆਂ ਰਹੀਆਂ ਪਰ ਜਿਹੜਾ ਸਾਡਾ ਗੁਰ ਮੰਤਰ ਹੈ, ਜਿਹੜਾ ਸਾਡਾ ਮੂਲ ਮੰਤਰ ਹੈ ਉਹੀ ਰਿਹਾ। ਇਸੇ ਤਰ੍ਹਾਂ ਹੀ ਜਦੋਂ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ ਅਤੇ ਇਹ ਜਿਹੜੀ ਸ੍ਰਿਸ਼ਟੀ ਹੈ ਇਹ ਵੀ ਪੈਦਾ ਸ਼ਬਦ ਦੇ ਉੱਤੋਂ ਹੀ ਹੋਈ। ਓੰਕਾਰ ਬ੍ਰਹਮਾ ਉਤਪਤ, ਅਰਥਾਤ ਜਿਹੜੀ ਸ੍ਰਿਸ਼ਟੀ ਪੈਦਾ ਹੋਈ ਹੈ ਇਹ ਸ੍ਰਿਸ਼ਟੀ ਸ਼ਬਦ ਦੇ ਦੁਆਰਾ ਪੈਦਾ ਹੋਈ ਹੈ, ਸ਼ਬਦ ਤੋਂ ਉਤਪੰਨ ਹੋਈ ਹੈ। ਅਤੇ ਇਸ ਸ੍ਰਿਸ਼ਟੀ ਦੇ ਵਿੱਚ ਰਹਿੰਦਿਆਂ ਹੋਇਆਂ ਅਸੀਂ ਸਾਧਨਾ ਕੀ ਕਰਨੀ, ਅਰਥਾਤ ਇਹ ਸ੍ਰਿਸ਼ਟੀ ਦੇ ਵਿੱਚ ਆ ਕਰਕੇ ਅਸੀਂ ਮਨੁੱਖ ਜਨਮ ਧਾਰਨ ਕਰਕੇ ਸਾਧਨਾ ਕੀ ਕਰਨੀ ਹੈ ਕਿ ਜਿਹੜਾ ਉਹ ਪਰਮ ਪਿਤਾ ਪਰਮਾਤਮਾ ਅਨੇਕ ਰੂਪ ਦੇ ਵਿੱਚ ਵਿਆਪਕ ਹੋ ਰਿਹਾ ਹੈ ਉਸ ਨੂੰ ਕੇਵਲ ਇੱਕ ਰੂਪ ਦੇ ਵਿੱਚ ਦੇਖਣਾ।
ਸਾਧਨਾ ਕੀ ਹੈ ਕਿ ਉਹ ਪਰਮ ਪਿਤਾ ਪਰਮਾਤਮਾ ਸਾਰਿਆਂ ਦੇ ਵਿੱਚ ਇੱਕ ਹੈ, ਕੋਈ ਦੁਵੈਤ ਨਹੀਂ ਹੈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਜਿਹੜਾ ਮਾਰਗ ਹੈ ਉਹ ਇੱਕ ਤੋਂ ਸ਼ੁਰੂ ਹੁੰਦਾ। ਇੱਕ ਓੰਕਾਰ, ਉਹ ਪਰਮ ਪਿਤਾ ਪਰਮਾਤਮਾ ਇੱਕ ਹੈ, ਜਿਸ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਦੁਵੈਤ ਨਹੀਂ ਹੈ। ਇਸ ਵਾਸਤੇ ਭਾਈ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਿਧਾਂਤ ਦਿੱਤਾ ਹੈ, ਉਹ ਸ਼ਬਦ ਦਾ ਸਿਧਾਂਤ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਸ਼ਬਦ ਦੇ ਨਾਲ ਜੋੜਿਆ। ਜਦੋਂ ਅਸੀਂ ਸ਼ਬਦ ਦੀ ਆਰਾਧਨਾ ਕਰਦੇ ਹਾਂ, ਸ਼ਬਦ ਦਾ ਵਿਚਾਰ ਕਰਦੇ ਹਾਂ, ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ ਸਾਰੀ ਗੁਰੂ ਦਾ ਸ਼ਬਦ ਹੈ, ਗੁਰੂ ਦੀ ਬਾਣੀ ਹੈ। ਜਦੋਂ ਅਸੀਂ ਉਸ ਬਾਣੀ ਦਾ ਚਿੰਤਨ ਕਰਦੇ ਹਾਂ, ਮਨਨ ਕਰਦੇ ਹਾਂ, ਉਸ ਚਿੰਤਨ ਮਨਨ ਦੇ ਦੁਆਰਾ, ਆਰਾਧਨਾ ਦੇ ਦੁਆਰਾ ਹੀ ਸਾਡਾ ਇਹ ਮਨੁੱਖ ਸਰੀਰ ਜਿਹੜਾ ਹੈ ਉਹ ਸਫਲ ਹੁੰਦਾ। ਆਓ ਆਪਾਂ ਵਿਚਾਰ ਕਰੀਏ ਸਿੱਧ ਗੋਸ਼ਟ ਬਾਣੀ ਦੇ ਉੱਤੇ। ਸਿੱਧ ਗੋਸ਼ਟ ਬਾਣੀ ਦੀ ਰਚਨਾ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤੀ। ਸਾਡੇ ਇਤਿਹਾਸਕਾਰਾਂ ਦਾ ਉਲੇਖ ਹੈ ਕਿ ਜਿਹੜੀ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਧਾਂ ਦੇ ਨਾਲ ਵਿਚਾਰ ਹੋਈ ਹੈ, ਗੋਸ਼ਟ ਹੋਈ ਹੈ, ਉਹ ਇੱਕ ਜਗ੍ਹਾ ਨਹੀਂ ਹੋਈ। ਜਦੋਂ ਸਭ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਪਹਿਲੀ ਉਦਾਸੀ ਦੇ ਵਿੱਚ ਗਏ ਤਾਂ ਨਾਨਕ ਮਤੇ ਸਿੱਧਾਂ ਦੇ ਨਾਲ ਗੋਸ਼ਟ ਹੋਈ। ਫਿਰ ਦੂਸਰੀ ਉਦਾਸੀ ਦੇ ਵਿੱਚ ਸੁਮੇਰ ਪਰਬਤ ਦੇ ਉੱਤੇ ਸਿੱਧਾਂ ਦੇ ਨਾਲ ਗੋਸ਼ਟ ਹੋਈ। ਫਿਰ ਤੀਸਰੀ ਵਾਰ ਅਚਲ ਬਟਾਲੇ ਦੇ ਵਿੱਚ ਸਿੱਧਾਂ ਦੇ ਨਾਲ ਗੋਸ਼ਟ ਹੋਈ। ਜਦੋਂ ਅਚਲ ਬਟਾਲੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਸਿੱਧਾਂ ਦੇ ਨਾਲ ਗੋਸ਼ਟ ਹੋਈ ਹੈ, ਉੱਥੇ ਅਚਲ ਬਟਾਲੇ ਦੇ ਵਿੱਚ ਹੀ ਸਿੱਧਾਂ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਰਮੇਸ਼ਰ ਦਾ ਅਵਤਾਰ ਮੰਨਿਆ ਹੈ। ਉੱਥੇ ਆ ਕਰਕੇ ਸਿੱਧ ਝੁਕੇ ਹਨ। ਜਦੋਂ ਅਸੀਂ ਨਾਨਕ ਮਤੇ ਦੀ ਵਿਚਾਰ ਦੇਖਦੇ ਹਾਂ, ਸੁਮੇਰ ਪਰਬਤ ਦੀ ਵਿਚਾਰ ਦੇਖਦੇ ਹਾਂ, ਉਸ ਤੋਂ ਬਾਅਦ ਅਚਲ ਬਟਾਲੇ ਦੀ ਵਿਚਾਰ ਦੇਖਦੇ ਹਾਂ। ਅਚਲ ਬਟਾਲੇ ਤੱਕ ਵੀ ਸਿੱਧਾਂ ਦੇ ਮਨ ਦੇ ਵਿੱਚ ਆਪਣੀਆਂ ਸਿੱਧੀਆਂ ਦਾ ਅਹੰਕਾਰ ਸੀ ਕਿ ਅਸੀਂ ਬਹੁਤ ਵੱਡੇ ਸਿੱਧ ਹਾਂ। ਪਰ ਜਦੋਂ ਬਟਾਲੇ ਦੇ ਵਿੱਚ ਆਪਸੀ ਵਿਚਾਰ ਹੁੰਦੀ ਹੈ, ਗੋਸ਼ਟੀ ਹੁੰਦੀ ਹੈ, ਉਸ ਤੋਂ ਬਾਅਦ ਸਿੱਧਾਂ ਨੇ ਇਹ ਸਵੀਕਾਰ ਕਰ ਲਿਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਤੁਹਾਡੀ ਜਿਹੜੀ ਕਮਾਈ ਹੈ ਉਹ ਧਨ ਹੈ। ਹੁਣੇ ਆਪਾਂ ਸ਼ਬਦ ਸ਼ਰਵਣ ਕਰ ਰਹੇ ਸੀ ਭਾਈ ਗੁਰਮੀਤ ਸਿੰਘ ਜੀ ਦੇ ਕੋਲੋਂ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਕਮਾਈ ਹੈ ਉਸ ਨੂੰ ਸਿੱਧ ਸਵੀਕਾਰ ਕਰ ਰਹੇ ਹਨ ਕਿ ਸਤਿਗੁਰੂ ਪਾਤਸ਼ਾਹ ਜੀ ਤੁਹਾਡੀ ਜਿਹੜੀ ਕਮਾਈ ਹੈ ਉਹ ਧਨ ਹੈ। ਇਸ ਵਾਸਤੇ ਜਦੋਂ ਅਚਲ ਬਟਾਲੇ ਦੇ ਵਿੱਚ ਸਿੱਧ ਗੋਸ਼ਟ ਹੋਈ ਹੈ, ਉਸ ਤੋਂ ਬਾਅਦ ਕਰਤਾਰਪੁਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਬਾਣੀ ਨੂੰ ਲਿਪੀਬੱਧ ਕੀਤਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਸਿੱਧ ਗੋਸ਼ਟ ਦੇ ਉੱਤੇ ਵਿਚਾਰ ਕਰਦੇ ਹਾਂ, ਸਿੱਧ ਦਾ ਅਰਥ ਹੈ ਕਿ ਜਿਹੜੀ ਚੀਜ਼ ਨੂੰ ਅਸੀਂ ਸਿੱਧ ਕਰ ਲਿਆ ਹੈ, ਜਿਹੜੀ ਚੀਜ਼ ਪੱਕ ਚੁੱਕੀ। ਅਗਰ ਸਿੱਧ ਸ਼ਬਦ ਨੂੰ ਅਸੀਂ ਹੋਰ ਸਰਲ ਢੰਗ ਦੇ ਨਾਲ ਦੇਖੀਏ ਕਿ ਜਿਸ ਤਰ੍ਹਾਂ ਸਾਡੇ ਕੋਲ ਕਣਕ ਪਈ ਹੈ, ਉਸ ਕਣਕ ਨੂੰ ਪਹਿਲਾਂ ਅਸੀਂ ਚੱਕੀ ਤੇ ਜਾ ਕਰਕੇ ਪਿਸਾਉਂਦੇ, ਫਿਰ ਉਸ ਆਟੇ ਨੂੰ ਲਿਆ ਕਰਕੇ ਗੁੰਨਦੇ ਹਾਂ, ਫਿਰ ਉਸ ਦੀਆਂ ਰੋਟੀਆਂ ਵੇਲਦੇ ਹਾਂ, ਅੱਗ ਦੇ ਉੱਤੇ ਪਕਾਉਂਦੇ ਹਾਂ। ਜਦੋਂ ਉਹ ਰੋਟੀ ਪੱਕ ਜਾਂਦੀ ਹੈ, ਅਸੀਂ ਕੀ ਕਹਿੰਦੇ ਹਾਂ ਕਿ ਇਹ ਰੋਟੀ ਪੱਕ ਗਈ ਹੈ, ਅਰਥਾਤ ਇਹ ਸਿੱਧ ਹੋ ਗਈ। ਅਰਥਾਤ ਜਿਹੜੀ ਚੀਜ਼ ਕਿਸੇ ਪ੍ਰਕਿਰਿਆ ਦੇ ਦੁਆਰਾ ਗੁਜ਼ਰਦਿਆਂ ਹੋਇਆਂ ਪੱਕ ਜਾਵੇ, ਪਰਿਪੱਕ ਹੋ ਜਾਵੇ, ਉਸ ਨੂੰ ਅਸੀਂ ਕਹਿੰਦੇ ਹਾਂ ਸਿੱਧ। ਜਿਨ੍ਹਾਂ ਨੇ ਉਸ ਪਰਮ ਪਿਤਾ ਪਰਮਾਤਮਾ ਦੀ ਆਰਾਧਨਾ ਕੀਤੀ ਹੈ, ਉਸ ਪਰਮੇਸ਼ਰ ਦੀ ਸੇਵਾ ਸੁਸ਼ਰੂਸ਼ਾ ਕੀਤੀ ਹੈ, ਕਿਉਂਕਿ ਸਾਡੇ ਬਹੁਤ ਸਾਰੇ ਵਿਦਵਾਨਾਂ ਨੇ ਸਿੱਧ ਗੋਸ਼ਟ ਸ਼ਬਦ ਦੀ ਵਿਚਾਰ ਕਰਦਿਆਂ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਨੂੰ ਸਿੱਧ ਦੱਸਿਆ ਹੈ ਕਿ ਉਹ ਪਰਮ ਪਿਤਾ ਪਰਮਾਤਮਾ ਸਿੱਧ ਹੈ। ਅਗਰ ਅਸੀਂ ਉਹਨਾਂ ਲੋਕਾਂ ਦੀ ਇਸ ਵਿਚਾਰ ਨੂੰ ਮੰਨ ਲਈਏ ਕਿ ਉਹ ਪਰਮ ਪਿਤਾ ਪਰਮਾਤਮਾ ਸਿੱਧ ਹੈ, ਤਾਂ ਇੱਥੇ ਪ੍ਰਸ਼ਨ ਖੜਾ ਹੁੰਦਾ ਹੈ ਕਿ ਸਿੱਧ ਹੋਣ ਤੋਂ ਪਹਿਲਾਂ ਉਹ ਪਰਮਾਤਮਾ ਕੀ ਅਸਿੱਧ ਸੀ? ਕੀ ਉਹ ਪਰਮਾਤਮਾ ਪੱਕਿਆ ਹੋਇਆ ਨਹੀਂ ਸੀ? ਕੀ ਉਸ ਪਰਮੇਸ਼ਰ ਨੂੰ ਪਕਾਉਣਾ ਪਿਆ? ਕਿਉਂਕਿ ਗੁਰਬਾਣੀ ਦਾ ਸਿਧਾਂਤ ਸਾਨੂੰ ਕਹਿੰਦਾ ਹੈ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਈ।
ਜਿਹੜਾ ਉਹ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਹੈ ਉਹ ਕਿਸੇ ਦਾ ਸਥਾਪਿਤ ਕੀਤਾ ਹੋਇਆ ਨਹੀਂ ਹੈ। ਜਿਸ ਤਰ੍ਹਾਂ ਅਸੀਂ ਸੰਸਾਰ ਦੇ ਵਿੱਚ ਦੇਖਦੇ ਹਾਂ ਕਿ ਕਿਸੇ ਸਥਾਨ ਦੇ ਉੱਤੇ ਕੋਈ ਮਹਾਨ ਸ਼ਖਸੀਅਤ ਚਲਾਣਾ ਕਰ ਜਾਂਦੀ ਹੈ, ਉਸ ਦੀ ਜਗ੍ਹਾ ਤੇ ਕਿਸੇ ਦੂਸਰੇ ਵਿਅਕਤੀ ਨੂੰ ਥਾਪ ਦਿੱਤਾ ਜਾਂਦਾ ਹੈ, ਨਿਯੁਕਤ ਕਰ ਦਿੱਤਾ ਜਾਂਦਾ ਹੈ। ਕੀਤਾ ਨਾ ਹੋਏ ਉਹ ਪਰਮਾਤਮਾ ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ। ਕਿਉਂਕਿ ਅਸੀਂ ਰੋਜ਼ਾਨਾ ਜਾਪ ਕਰਦੇ ਹਾਂ ਸੈ ਭੰਗ, ਉਹ ਪਰਮ ਪਿਤਾ ਪਰਮਾਤਮਾ ਸਵੈ ਪ੍ਰਕਾਸ਼ ਹੈ, ਕਿਸੇ ਦੇ ਪ੍ਰਕਾਸ਼ ਦੇ ਦੁਆਰਾ ਪ੍ਰਕਾਸ਼ਿਤ ਨਹੀਂ ਹੁੰਦਾ, ਉਹ ਸੁਤੇ ਪ੍ਰਕਾਸ਼ ਹੈ। ਅਗਰ ਅਸੀਂ ਉਹਨਾਂ ਲੋਕਾਂ ਦੀ ਇਹ ਵਿਚਾਰ ਮੰਨ ਲਈਏ, ਇੱਥੇ ਸਿੱਧ ਸ਼ਬਦ ਦਾ ਅਰਥ ਉਸ ਪਰਮੇਸ਼ਰ ਦੇ ਵਿੱਚ ਕਰ ਦਈਏ, ਤਾਂ ਇੱਥੇ ਅਨੇਕ ਪ੍ਰਕਾਰ ਦੀਆਂ ਪਰੇਸ਼ਾਨੀਆਂ ਖੜੀਆਂ ਹੋ ਜਾਂਦੀਆਂ ਹਨ, ਅਨੇਕ ਪ੍ਰਸ਼ਨ ਖੜੇ ਹੋ ਜਾਂਦੇ ਹਨ। ਕੀ ਉਸ ਪਰਮੇਸ਼ਰ ਨੂੰ ਪਕਾਉਣਾ ਪਿਆ, ਕੀ ਉਸ ਪਰਮੇਸ਼ਰ ਨੂੰ ਸਿੱਧ ਕਰਨਾ ਪਿਆ। ਇਸ ਵਾਸਤੇ ਇੱਥੇ ਸਿੱਧ ਸ਼ਬਦ ਦਾ ਜਿਹੜਾ ਅਰਥ ਹੈ ਉਹ ਪਰਮਾਤਮਾ ਨਹੀਂ। ਸਿੱਧ ਸ਼ਬਦ ਦਾ ਅਰਥ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕੀਤੀ ਹੈ, ਉਸ ਪਰਮੇਸ਼ਰ ਨੂੰ ਪ੍ਰਾਪਤੀ ਦੇ ਸਾਧਨ ਕੀਤੇ ਹਨ, ਉਹਨਾਂ ਨੂੰ ਜੋ ਉਸ ਪਰਮ ਪਿਤਾ ਪਰਮਾਤਮਾ ਵੱਲੋਂ ਕੁਝ ਬਖਸ਼ਿਸ਼ਾਂ ਪ੍ਰਾਪਤ ਹੋਈਆਂ ਹਨ, ਉਹਨਾਂ ਬਖਸ਼ਿਸ਼ਾਂ ਜਿਨ੍ਹਾਂ ਦੇ ਕੋਲ ਹਨ ਉਹਨਾਂ ਨੂੰ ਆਪਾਂ ਸਿੱਧ ਕਹਿੰਦੇ। ਜਿਸ ਤਰ੍ਹਾਂ ਅਸੀਂ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਦੇਖ ਲਈਏ ਕਿ ਕੋਈ ਵਿਅਕਤੀ ਸਾਡੇ ਘਰ ਦੇ ਵਿੱਚ ਰਹਿ ਕਰਕੇ, ਸਾਡੇ ਆਸ਼ਰਮ ਦੇ ਵਿੱਚ ਰਹਿ ਕਰਕੇ, ਸਾਡੇ ਗੁਰੂ ਘਰ ਦੇ ਵਿੱਚ ਰਹਿ ਕਰਕੇ ਅਗਰ ਸੇਵਾ ਕਰਦਾ ਹੈ, ਉਸ ਦੀ ਸੇਵਾ ਦੇ ਉੱਤੋਂ ਪ੍ਰਸੰਨ ਹੋ ਕਰਕੇ ਜੋ ਸਾਡਾ ਮਨ ਕਰਦਾ ਹੈ ਅਸੀਂ ਉਸ ਨੂੰ ਉਹ ਵਸਤੂ ਦੇ ਦਿੰਦੇ ਹਾਂ ਕਿ ਭਾਈ ਆਹ ਵਸਤੂ ਤੈਨੂੰ ਅਸੀਂ ਖੁਸ਼ ਹੋ ਕਰਕੇ ਦਿੰਦੇ। ਕਿਸੇ ਵਿਅਕਤੀ ਦੇ ਕੋਲ ਕੋਈ ਸਾਧਨ ਨਹੀਂ ਹੈ, ਅਸੀਂ ਸਾਧਨ ਦੇ ਦਿੰਦੇ ਹਾਂ। ਕਿਸੇ ਵਿਅਕਤੀ ਦੇ ਕੋਲ ਕੋਈ ਰਹਿਣ ਨੂੰ ਜਗ੍ਹਾ ਨਹੀਂ ਹੈ, ਉਸ ਨੂੰ ਮਕਾਨ ਦੇ ਦਿੰਦੇ ਹਾਂ। ਅਰਥਾਤ ਜਿਹੜੀਆਂ ਸੰਸਾਰ ਦੀਆਂ ਸੁੱਖ ਸੁਵਿਧਾਵਾਂ ਸਾਡੇ ਕੋਲ ਸੰਪਤੀਆਂ ਹਨ, ਉਹਨਾਂ ਦੇ ਵਿੱਚੋਂ ਜੋ ਸਾਡਾ ਮਨ ਕਰਦਾ ਹੈ ਉਹ ਅਸੀਂ ਖੁਸ਼ ਹੋ ਕਰਕੇ ਉਸ ਵਿਅਕਤੀ ਨੂੰ ਦੇ ਦਿੰਦੇ ਹਾਂ। ਉਹ ਵਿਅਕਤੀ ਪ੍ਰਾਪਤ ਕਰ ਲੈਂਦਾ ਹੈ, ਉਸ ਵਸਤੂ ਨੂੰ ਉਹ ਪ੍ਰਾਪਤ ਕਰਕੇ ਉਸ ਦੇ ਉੱਤੇ ਉਸ ਦਾ ਅਧਿਕਾਰ ਹੋ ਜਾਂਦਾ। ਇਸੇ ਤਰ੍ਹਾਂ ਹੀ ਜਿਨ੍ਹਾਂ ਲੋਕਾਂ ਨੇ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਦੀ ਆਰਾਧਨਾ ਕੀਤੀ ਹੈ, ਬੰਦਗੀ ਕੀਤੀ ਹੈ, ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਮਾਰਗ ਤੇ ਚੱਲਣਾ ਕੀਤਾ ਹੈ, ਉਹਨਾਂ ਦੀ ਉਸ ਕਿਰਿਆ ਨੂੰ ਦੇਖ ਕਰਕੇ ਜੋ ਪਰਮ ਪਿਤਾ ਪਰਮਾਤਮਾ ਨੇ ਉਹਨਾਂ ਨੂੰ ਅਣੀਮਾ ਗਣੀਮਾ ਲਗਮਾ ਆਦਿ ਸਿੱਧੀਆਂ ਦਿੱਤੀਆਂ ਹਨ, ਉਹਨਾਂ ਸਿੱਧੀਆਂ ਦੇ ਕਾਰਨ ਕਰਕੇ ਉਹਨਾਂ ਵਿਅਕਤੀਆਂ ਨੂੰ ਆਪਾਂ ਸਿੱਧ ਕਹਿੰਦੇ ਹਾਂ ਕਿ ਇਹਨਾਂ ਵਿਅਕਤੀਆਂ ਨੂੰ ਇਹ ਸਿੱਧੀਆਂ ਪ੍ਰਾਪਤ ਹਨ। ਪਰ ਉਹ ਸਿੱਧੀਆਂ ਪ੍ਰਾਪਤ ਕਿੱਥੋਂ ਹੋਈਆਂ? ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਪ੍ਰਾਪਤ ਹੋਈਆਂ। ਉਸ ਪਰਮੇਸ਼ਰ ਨੇ ਉਹਨਾਂ ਦੀ ਸੇਵਾ ਨੂੰ ਦੇਖ ਕਰਕੇ, ਉਹਨਾਂ ਦੀ ਲਗਨ ਨੂੰ ਦੇਖ ਕਰਕੇ, ਉਹਨਾਂ ਦੇ ਤਪ ਨੂੰ ਦੇਖ ਕਰਕੇ, ਉਹਨਾਂ ਦੀ ਸਾਧਨਾ ਨੂੰ ਦੇਖ ਕਰਕੇ ਉਹਨਾਂ ਲੋਕਾਂ ਨੂੰ ਉਹ ਵਸਤੂਆਂ ਦਿੱਤੀਆਂ। ਜਿਨ੍ਹਾਂ ਵਿਅਕਤੀਆਂ ਦੇ ਕੋਲ ਉਹ ਸਿੱਧੀਆਂ ਸਨ ਉਹਨਾਂ ਨੂੰ ਆਪਾਂ ਸਿੱਧ ਕਹਿੰਦੇ ਹਾਂ। ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਨੂੰ ਇਸੇ ਵਾਸਤੇ ਗੋਸ਼ਟ ਵਾਸਤੇ ਚੁਣਿਆ। ਗੋਸ਼ਟ ਕਹਿੰਦੇ ਹਨ ਸਭਾ ਨੂੰ, ਮਜਲਿਸ ਨੂੰ, ਜਿੱਥੇ ਬੈਠ ਕਰਕੇ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਆਪਾਂ ਵਿਚਾਰ ਕਰ ਸਕੀਏ, ਇੱਕ ਦੂਸਰੇ ਦੇ ਨਾਲ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰ ਸਕੀਏ। ਅਰਥਾਤ ਜਿੱਥੇ ਬੈਠ ਕਰਕੇ ਉਸ ਪਰਮੇਸ਼ਰ ਦੇ ਬਾਰੇ ਆਪਸੀ ਵਿਚਾਰ ਕਰਦਿਆਂ ਆਪਸੀ ਵਿਚਾਰ ਦੇ ਦੁਆਰਾ ਇਹ ਨਾ ਹੋਵੇ ਕਿ ਅਸੀਂ ਕੇਵਲ ਆਪਣੇ ਮਤ ਨੂੰ ਸਿੱਧ ਕਰਨ ਵਾਸਤੇ ਹੀ ਅਨੇਕ ਪ੍ਰਕਾਰ ਦੇ ਯਤਨ ਕਰੀਏ। ਗੋਸ਼ਟ ਉਸ ਨੂੰ ਕਹਿੰਦੇ ਹਨ ਜਿੱਥੇ ਕੇਵਲ ਤਾਂ ਕੇਵਲ ਉਸ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਦੇ ਨਿਰਣੇ ਦੇ ਉੱਤੇ ਪਹੁੰਚਣ ਵਾਸਤੇ ਵਿਚਾਰ ਕੀਤੀ ਜਾਵੇ। ਸਿੱਧ ਗੋਸ਼ਟ ਦਾ ਅਰਥ ਕੀ ਹੈ? ਗੋ ਨਾਮ ਹੈ ਬਾਣੀ ਦਾ। ਇਸ਼ਟ ਸਾਡਾ ਕੀ ਹੈ? ਉਹ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਬਾਣੀ ਦੇ ਦੁਆਰਾ ਆਪਣੇ ਇਸ਼ਟ ਨੂੰ ਸਿੱਧ ਕਰਨਾ, ਅਰਥਾਤ ਬਾਣੀ ਦੇ ਦੁਆਰਾ ਆਪਣੇ ਇਸ਼ਟ ਦੀ ਅਰਥਾਤ ਪ੍ਰਾਪਤੀ ਦਾ ਜਿਹੜਾ ਮਾਰਗ ਹੈ ਕਿ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਸਾਨੂੰ ਕਿਵੇਂ ਹੋਵੇ,
ਉਸ ਪਰਮੇਸ਼ਰ ਨੂੰ ਪ੍ਰਾਪਤ ਕਰਨ ਦਾ ਢੰਗ ਕੀ ਹੈ, ਤਰੀਕਾ ਕੀ ਹੈ, ਪ੍ਰਕਿਰਿਆ ਕੀ ਹੈ, ਕਿਸ ਪ੍ਰਕਿਰਿਆ ਦੇ ਦੁਆਰਾ ਗੁਜ਼ਰਦਿਆਂ ਹੋਇਆਂ ਅਸੀਂ ਉਸ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ, ਕਿਉਂਕਿ ਸਾਡਾ ਸਾਰਿਆਂ ਦਾ ਇਸ਼ਟ ਕੀ ਹੈ, ਉਹ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਨੂੰ ਅਸੀਂ ਪ੍ਰਾਪਤ ਕਿਵੇਂ ਕਰਨਾ ਹੈ? ਗੋ ਦੇ ਦੁਆਰਾ। ਗੋ ਕਹਿੰਦੇ ਹਨ ਬਾਣੀ ਨੂੰ, ਅਰਥਾਤ ਸ਼ਬਦ ਨੂੰ। ਜਿਵੇਂ ਜਿਵੇਂ ਅਸੀਂ ਬੈਠ ਕਰਕੇ ਉਸ ਪਰਮ ਪਿਤਾ ਪਰਮਾਤਮਾ ਦੀ, ਆਪਣੇ ਪਰਮੇਸ਼ਰ ਦੀ, ਇਸ਼ਟ ਦੀ ਸਿੱਧੀ ਦੇ ਵਾਸਤੇ, ਪ੍ਰਾਪਤੀ ਦੇ ਵਾਸਤੇ ਜੋ ਵਿਚਾਰ ਕਰਾਂਗੇ, ਉਸ ਨੂੰ ਕਹਿੰਦੇ ਹਨ ਸਿੱਧ ਗੋਸ਼ਟ। ਦੂਸਰਾ ਸਿੱਧ ਗੋਸ਼ਟ ਦਾ ਅਰਥ ਹੈ ਗੋ ਨਾਮ ਹੈ ਇੰਦਰੀਆਂ ਦਾ, ਅਰਥਾਤ ਜਿਹੜੀਆਂ ਸਾਡੀਆਂ ਇੰਦਰੀਆਂ ਹਨ, ਉਹਨਾਂ ਇੰਦਰੀਆਂ ਨੂੰ ਆਪਣੇ ਇਸ਼ਟ ਦੇ ਨਾਲ ਜੋੜ ਕਰਕੇ ਸਿੱਧ ਕਰ ਲੈਣਾ। ਅਰਥਾਤ ਗੋ ਨਾਮ ਇੰਦਰੀਆਂ ਦਾ ਹੈ। ਜਿਹੜੀਆਂ ਸਾਡੀਆਂ 10 ਇੰਦਰੀਆਂ ਹਨ, ਇਹਨਾਂ ਇੰਦਰੀਆਂ ਨੂੰ ਆਪਣੇ ਇਸ਼ਟ ਦੇ ਨਾਲ ਜੋੜਨਾ, ਇਸ਼ਟ ਦੇ ਨਾਲ ਜੋੜ ਕਰਕੇ ਸਿੱਧ ਕਰ ਲੈਣਾ। ਸਿੱਧ ਕਰਨ ਦਾ ਅਰਥ ਹੈ ਕਿ ਜਿਹੜੀ ਕੰਮ ਵਾਸਤੇ ਸਾਨੂੰ ਇਹ ਇੰਦਰੀਆਂ ਦੀ ਪ੍ਰਾਪਤੀ ਹੋਈ, ਜਿਸ ਦੇ ਬਾਰੇ ਸਤਿਗੁਰੂ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦੇ ਵਿੱਚ ਸਾਨੂੰ ਸਾਡੀਆਂ ਅੱਖਾਂ ਦੇ ਬਾਰੇ, ਕੰਨਾਂ ਦੇ ਬਾਰੇ, ਸ਼ਰਵਣਾਂ ਦੇ ਬਾਰੇ ਵਿਸਤਾਰ ਦੇ ਨਾਲ ਕਥਨ ਕੀਤਾ ਹੈ ਕਿ ਜਿਹੜੇ ਕੰਮ ਵਾਸਤੇ ਸਾਨੂੰ ਅੱਖਾਂ ਮਿਲੀਆਂ ਹਨ, ਜਿਹੜੇ ਕੰਮ ਵਾਸਤੇ ਸਾਨੂੰ ਕੰਨ ਮਿਲੇ ਹਨ, ਅਰਥਾਤ ਜਦੋਂ ਅਸੀਂ ਉਸ ਪਾਸੇ ਆਪਣੀਆਂ ਇੰਦਰੀਆਂ ਨੂੰ ਲਗਾਉਂਦੇ ਹਾਂ, ਅਰਥਾਤ ਜਦੋਂ ਸਾਡੀਆਂ ਸਾਰੀਆਂ ਇੰਦਰੀਆਂ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜ ਜਾਂਦੀਆਂ, ਅਸੀਂ ਦੇਖਦੇ ਹਾਂ ਤਾਂ ਉਸ ਪਰਮੇਸ਼ਰ ਦਾ ਰੂਪ ਦੇਖਦੇ ਹਾਂ। ਅਗਰ ਅਸੀਂ ਸੁਣਦੇ ਹਾਂ ਤਾਂ ਉਸ ਪਰਮੇਸ਼ਰ ਨੂੰ ਸੁਣਦੇ ਹਾਂ। ਇਸ ਵਾਸਤੇ ਜਦੋਂ ਸਾਡੀਆਂ ਸਾਰੀਆਂ ਇੰਦਰੀਆਂ ਸਿੱਧ ਹੋ ਜਾਂਦੀਆਂ, ਸਿੱਧ ਹੋਣ ਦਾ ਮਤਲਬ ਹੈ ਕਿ ਸਾਡੀਆਂ ਜਿਹੜੀਆਂ ਇੰਦਰੀਆਂ ਹਨ, ਉਹ ਸੰਸਾਰ ਦੇ ਨਾਲੋਂ ਉਪਰਾਮ ਹੋ ਕਰਕੇ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜ ਜਾਂਦੀਆਂ ਹਨ, ਸਿੱਧ ਹੋ ਜਾਂਦੀਆਂ ਹਨ। ਉਸ ਨੂੰ ਕਹਿੰਦੇ ਹਨ ਸਿੱਧ ਗੋਸ਼ਟ। ਅਰਥਾਤ ਜਿਵੇਂ ਜਿਵੇਂ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੀਆਂ ਇੰਦਰੀਆਂ ਦੇ ਉੱਤੇ ਕੰਟਰੋਲ ਕਰਾਂਗੇ, ਕਾਬੂ ਕਰਾਂਗੇ, ਉਵੇਂ ਉਵੇਂ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੀ ਸਿੱਧੀ ਨੂੰ ਪ੍ਰਾਪਤ ਕਰ ਲਵਾਂਗੇ। ਸਾਡੀ ਸਿੱਧੀ ਕੀ ਹੈ? ਉਹ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਰਨੀ। ਤੀਸਰਾ ਅਰਥ ਹੈ ਗੋ ਨਾਮ ਹੈ ਧਰਤੀ ਦਾ। ਧਰਤੀ ਕੀ ਹੈ? ਸਾਡਾ ਆਧਾਰ ਹੈ, ਸਾਡਾ ਆਸਰੇ ਹੈ। ਧਰਤੀ ਦੇ ਆਸਰੇ ਦੇ ਉੱਤੇ ਟਿਕੇ ਹੋਏ ਹਾਂ। ਅਰਥਾਤ ਅਸੀਂ ਜਦੋਂ ਆਪਣਾ ਜੀਵਨ ਦਾ ਆਧਾਰ ਕੇਵਲ ਤਾਂ ਕੇਵਲ ਆਪਣਾ ਇਸ਼ਟ ਜਿਹੜਾ ਪਰਮ ਪਿਤਾ ਪਰਮਾਤਮਾ ਹੈ, ਉਸ ਨੂੰ ਮੰਨਦੇ ਹਾਂ, ਉਸ ਪਰਮੇਸ਼ਰ ਦੀ ਸਿੱਧੀ ਵਾਸਤੇ ਦਿਨ ਰਾਤ ਲੱਗੇ ਰਹਿੰਦੇ ਹਾਂ, ਉਸ ਨੂੰ ਕਹਿੰਦੇ ਹਨ ਸਿੱਧ ਗੋਸ਼ਟ। ਸਤਿਗੁਰੂ ਪਾਤਸ਼ਾਹ ਜੀ ਨੇ ਸਿੱਧ ਗੋਸ਼ਟ ਦੇ ਵਾਸਤੇ ਦੂਸਰੇ ਵਿਅਕਤੀਆਂ ਨੂੰ ਕਿਉਂ ਨਹੀਂ ਚੁਣਿਆ, ਸਿੱਧਾਂ ਨੂੰ ਕਿਉਂ ਚੁਣਿਆ? ਕਿਉਂਕਿ ਜਿਹੜੇ ਵਿਸ਼ੇ ਦੇ ਉੱਤੇ ਅਸੀਂ ਵਿਚਾਰ ਕਰਨੀ ਹੋਵੇ, ਗੱਲ ਕਰਨੀ ਹੋਵੇ, ਚਰਚਾ ਕਰਨੀ ਹੋਵੇ, ਜਿਨ੍ਹਾਂ ਲੋਕਾਂ ਨੂੰ ਉਸ ਬਾਰੇ ਕੁਛ ਨਾ ਕੁਛ ਸੋਝੀ ਹੈ, ਜਿਹੜੇ ਲੋਕ ਉਸ ਪਾਸੇ ਲੱਗੇ ਹੋਏ ਹਨ, ਚੱਲੇ ਹੋਏ ਹਨ, ਜਦੋਂ ਅਸੀਂ ਉਹਨਾਂ ਦੇ ਨਾਲ ਵਿਚਾਰ ਕਰਾਂਗੇ ਤਾਂ ਹੀ ਅਸੀਂ ਕਿਸੇ ਤੱਥ ਦੇ ਉੱਤੇ ਪਹੁੰਚਾਂਗੇ। ਅਗਰ ਅਸੀਂ ਮਕਾਨ ਬਣਾਉਣਾ ਹੋਵੇ, ਮਕਾਨ ਬਣਾਉਣ ਵਾਸਤੇ ਅਸੀਂ ਕਿਸੇ ਪਲੰਬਰ ਨੂੰ ਸੱਦ ਲਈਏ, ਕਦੀ ਅਸੀਂ ਮਕਾਨ ਨਹੀਂ ਬਣਾ ਸਕਦੇ। ਮਕਾਨ ਬਣਾਉਣ ਵਾਸਤੇ ਸਾਨੂੰ ਆਰਕੀਟੈਕਟ ਦੀ ਜ਼ਰੂਰਤ ਪਵੇਗੀ, ਇੰਜੀਨੀਅਰ ਦੀ ਜ਼ਰੂਰਤ ਪਵੇਗੀ, ਜਿਹੜਾ ਸਾਨੂੰ ਨਕਸ਼ਾ ਬਣਾ ਕਰਕੇ ਦੇਵੇਗਾ, ਉਹਦੇ ਨਾਲ ਅਸੀਂ ਮਕਾਨ ਬਣਾਉਣ ਦੀ ਵਿਚਾਰ ਕਰ ਸਕਦੇ। ਇਸੇ ਤਰ੍ਹਾਂ ਹੀ ਜਦੋਂ ਅਸੀਂ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਦੇ ਬਾਰੇ ਵਿਚਾਰ ਕਰਨੀ ਹੈ, ਤਾਂ ਜਿਹੜੇ ਜੀਵਾਂ ਨੇ ਆਪਣਾ ਜਿਹੜਾ ਤਨ ਮਨ ਹੈ ਉਸ ਪਰਮੇਸ਼ਰ ਦੇ ਨਾਲ ਜੋੜਿਆ ਹੈ, ਜਿਹੜੇ ਸਾਧਕ ਉਸ ਪਰਮਾਤਮਾ ਦੇ ਨਾਲ ਜੁੜੇ ਹੋਏ ਸਨ, ਜਿਨ੍ਹਾਂ ਨੇ ਆਪਣਾ ਲਕਸ਼ ਉਸ ਪਰਮਾਤਮਾ ਨੂੰ ਬਣਾਇਆ ਹੋਇਆ ਸੀ, ਪਰ ਆਪਣੇ ਲਕਸ਼ ਤੱਕ ਪਹੁੰਚੇ ਨਹੀਂ ਸਨ। ਜਦੋਂ ਅਸੀਂ ਸਿੱਧਾਂ ਦੇ ਬਾਰੇ ਵਿਚਾਰ ਕਰਦੇ ਹਾਂ ਕਿ ਸਿੱਧ ਉਸ ਪਰਮੇਸ਼ਰ ਦੇ ਮਾਰਗ ਦੇ ਉੱਤੇ ਤਾਂ ਚੱਲੇ ਹੋਏ ਸਨ,
ਪਰ ਉਸ ਮਾਰਗ ਤੇ ਚੱਲਦਿਆਂ ਚੱਲਦਿਆਂ ਜੋ ਪ੍ਰਮਾਤਮਾ ਵੱਲੋਂ ਉਹਨਾਂ ਨੂੰ ਬਖਸ਼ਿਸ਼ਾਂ ਪ੍ਰਾਪਤ ਹੋਈਆਂ, ਉਹਨਾਂ ਬਖਸ਼ਿਸ਼ਾਂ ਦੇ ਵਿੱਚ ਹੀ ਉਲਝ ਕਰਕੇ ਉਹਨਾਂ ਦੇ ਵਿੱਚ ਹੰਕਾਰ ਪੈਦਾ ਹੋ ਗਿਆ, ਹਉਮੈ ਆ ਗਈ, ਅਰਥਾਤ ਆਪਣੇ ਮਤ ਨੂੰ ਸਿੱਧ ਕਰਨ ਦਾ ਉਹਨਾਂ ਦੇ ਵਿੱਚ ਇਹ ਅੰਕੁਰਤ ਪੈਦਾ ਹੋ ਗਿਆ ਕਿ ਸਾਡਾ ਜਿਹੜਾ ਮਤ ਹੈ, ਅਸੀਂ ਆਪਣੇ ਮਤ ਦਾ ਪ੍ਰਚਾਰ ਕਰਨਾ ਹੈ, ਆਪਣੇ ਮਤ ਨੂੰ ਵਧਾਉਣਾ ਹੈ, ਆਪਣੇ ਮਤ ਨੂੰ ਫੈਲਾਉਣਾ। ਜਿਹੜਾ ਉਹਨਾਂ ਦਾ ਮੇਨ ਲਕਸ਼ ਸੀ ਕਿ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਉਹ ਜਦੋਂ ਸਿੱਧੀਆਂ ਪ੍ਰਾਪਤ ਹੋ ਗਈਆਂ, ਸਿੱਧੀਆਂ ਦੇ ਦੁਆਰਾ ਉਹਨਾਂ ਦਾ ਆਪਣਾ ਜਿਹੜਾ ਲਕਸ਼ ਸੀ ਉਹਨਾਂ ਨੂੰ ਭੁੱਲ ਗਿਆ। ਅਸੀਂ ਵੀ ਆਪਣੇ ਜੀਵਨ ਵੱਲ ਦੇਖੀਏ, ਕਿਉਂਕਿ ਅਸੀਂ ਇਸ ਨੂੰ ਆਪਣੇ ਜੀਵਨ ਦੇ ਵਿੱਚ ਘਟਾਉਣਾ ਹੈ। ਜਦੋਂ ਪਰਮਾਤਮਾ ਸਾਨੂੰ ਸੰਸਾਰ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਵਸਤੂਆਂ ਦੇ ਦਿੰਦਾ ਹੈ, ਅਨੇਕ ਪ੍ਰਕਾਰ ਦੇ ਵਿਅਕਤੀ ਦੇ ਦਿੰਦਾ ਹੈ, ਅਨੇਕ ਪ੍ਰਕਾਰ ਦੇ ਪਦਾਰਥ ਦੇ ਦਿੰਦਾ ਹੈ, ਸਾਡੇ ਵਾਸਤੇ ਵੀ ਇੱਕ ਪ੍ਰਕਾਰ ਦੀਆਂ ਇਹ ਸਿੱਧੀਆਂ। ਇਹਨਾਂ ਸਿੱਧੀਆਂ ਦੇ ਵਿੱਚ ਅਸੀਂ ਉਲਝ ਕਰਕੇ ਆਪਣਾ ਜਿਹੜਾ ਮਨੁੱਖ ਜਨਮ ਦਾ ਲਕਸ਼ ਹੈ ਕਿ ਉਸ ਪਰਮੇਸ਼ਰ ਨੂੰ ਪ੍ਰਾਪਤ ਕਰਨਾ, ਉਸ ਨੂੰ ਅਸੀਂ ਭੁੱਲ ਜਾਂਦੇ ਹਾਂ। ਪਰਮੇਸ਼ਰ ਦਾ ਮਾਰਗ ਛੱਡ ਕਰਕੇ ਅਸੀਂ ਸੰਸਾਰ ਦੇ ਮਾਰਗ ਵੱਲ ਚੱਲ ਪੈਂਦੇ, ਕਿਉਂਕਿ ਇਹ ਜਿਹੜਾ ਸੰਸਾਰ ਹੈ, ਇਹ ਸੰਸਾਰ ਬਹੁਤ ਦੁਸਤਰ ਹੈ। ਇਸ ਸੰਸਾਰ ਨੂੰ ਪਾਰ ਕਰਨ ਵਾਸਤੇ ਜਦੋਂ ਅਸੀਂ ਅਧਿਆਤਮ ਵਿਸ਼ੇ ਦੇ ਉੱਤੇ ਵਿਚਾਰ ਕਰਦੇ ਹਾਂ ਤਾਂ ਅਧਿਆਤਮ ਦੇ ਵਿਸ਼ੇ ਦੇ ਵਿਚਾਰ ਕਰਨ ਵਾਸਤੇ 2-4 ਇਹੋ ਜਿਹੇ ਸ਼ਬਦ ਹਨ ਜਿਨ੍ਹਾਂ ਦੇ ਬਾਰੇ ਸਾਨੂੰ ਬਹੁਤ ਵਿਸਤਾਰ ਦੇ ਨਾਲ ਵਿਚਾਰ ਕਰਨੀ ਪੈਂਦੀ ਕਿ ਇਹ ਦੁਨੀਆ ਕੀ ਹੈ, ਇਹ ਸੰਸਾਰ ਕੀ ਹੈ, ਇਹ ਜਗਤ ਕੀ ਹੈ, ਜਿਹੜਾ ਮਨ ਹੈ ਉਹ ਕੀ ਹੈ, ਜੀਵ ਕੀ ਹੈ, ਈਸ਼ਵਰ ਕੀ ਹੈ, ਅਤੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ, ਦੁਨੀਆ ਦੇ ਵਿੱਚ ਰਹਿੰਦਿਆਂ ਅਸੀਂ ਆਪਣੇ ਮਨ ਨੂੰ ਕਿਵੇਂ ਕੰਟਰੋਲ ਕਰਨਾ ਹੈ। ਸਾਨੂੰ ਆਪਣਾ ਜਿਹੜਾ ਜੀਵ ਆਤਮਾ ਹੈ, ਅਰਥਾਤ ਜਿਹੜੀ ਸਾਡੀ ਆਪਣੀ ਸ਼ੁੱਧ ਆਤਮਾ ਹੈ, ਉਸ ਦਾ ਗਿਆਨ ਕਿਵੇਂ ਹੋਵੇ, ਈਸ਼ਵਰ ਕਿਹਨੂੰ ਕਹਿੰਦੇ ਹਨ, ਬ੍ਰਹਮ ਕਿਹਨੂੰ ਕਹਿੰਦੇ ਹਨ, ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਜੀਵ ਦੇ ਅਭੇਦ ਹੋਣ ਦੇ ਸਾਧਨ ਕੀ ਹਨ। ਸਿੱਧ ਗੋਸ਼ਟ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਧਾਂ ਦੇ ਨਾਲ ਇਹਨਾਂ ਵਿਸ਼ਿਆਂ ਦੇ ਉੱਤੇ ਵਿਚਾਰ ਕੀਤੀ ਹੈ। ਸਿੱਧਾਂ ਨੇ ਅਨੇਕ ਪ੍ਰਕਾਰ ਦੇ ਸਤਿਗੁਰੂ ਪਾਤਸ਼ਾਹ ਜੀ ਨੂੰ ਪ੍ਰਸ਼ਨ ਕੀਤੇ ਕਿ ਅਗਰ ਤੁਸੀਂ ਕਹਿੰਦੇ ਹੋ ਸਾਡੇ ਮਤ ਦੇ ਉੱਤੇ ਨਹੀਂ ਚੱਲਣਾ, ਯੋਗ ਮਤ ਤੇ ਨਹੀਂ ਚੱਲਣਾ, ਕਿਉਂਕਿ ਯੋਗ ਮਤ ਦੇ ਵਿੱਚ 8 ਅੰਗ ਦੱਸੇ ਜਾਂਦੇ ਹਨ। ਜਿਹੜਾ ਜੀਵ ਉਹਨਾਂ 8 ਅੰਗਾਂ ਨੂੰ ਅਪਣਾਉਂਦਾ ਹੈ ਉਸ ਨੂੰ ਯੋਗ ਮਤ ਦੇ ਵਿੱਚ ਯੋਗੀ ਕਹਿੰਦੇ। 8 ਅੰਗ ਕਿਹੜੇ ਹਨ? ਜਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਹਾਰ, ਧਿਆਨ, ਧਾਰਨਾ, ਸਮਾਧੀ। ਇਹਨਾਂ 8 ਅੰਗਾਂ ਨੂੰ ਯੋਗ ਕਹਿੰਦੇ। ਜਿਹੜਾ ਜੀਵ ਇਹਨਾਂ 8 ਅੰਗਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਂਦਾ ਹੈ, ਅਰਥਾਤ 5 ਜਮਾਂ ਦੀ ਨਿਯਮਾਂ ਦੀ ਪਾਲਣਾ ਕਰਦਾ ਹੈ, 5 ਨਿਯਮ ਅਪਣਾਉਂਦਾ ਹੈ, ਆਪਣਾ ਆਸਨ ਸਿੱਧ ਕਰਦਾ ਹੈ, ਜਿਹੜੇ 84 ਪ੍ਰਕਾਰ ਦੇ ਆਸਨ ਦੱਸੇ ਗਏ। ਫਿਰ ਉਸ ਤੋਂ ਬਾਅਦ ਪ੍ਰਾਣਾਯਾਮ ਕਰਦਾ ਹੈ, ਜਿਹੜੀ ਆਪਣੀ ਪ੍ਰਾਣ ਵਾਯੂ ਹੈ ਉਸ ਵਾਯੂ ਦੇ ਉੱਤੇ ਕੰਟਰੋਲ ਕਰਦਾ ਹੈ। ਫਿਰ ਕੰਟਰੋਲ ਦੇ ਦੁਆਰਾ ਪ੍ਰਤਿਹਾਰ ਕਰਦਾ ਹੈ, ਆਪਣੀ ਜਿਹੜੀ ਬਿਰਤੀ ਹੈ ਉਸ ਨੂੰ ਸੰਸਾਰ ਵੱਲੋਂ ਰੋਕ ਕਰਕੇ ਉਸ ਪਰਮਾਤਮਾ ਵੱਲ ਅੰਤਰਮੁਖ ਕਰਦਾ। ਫਿਰ ਜਦੋਂ ਇਕਾਂਤ ਦੇ ਵਿੱਚ ਬੈਠ ਕਰਕੇ ਉਸ ਪਰਮ ਪਿਤਾ ਪਰਮਾਤਮਾ ਦਾ ਧਿਆਨ ਕਰਦਾ ਹੈ, ਅਰਥਾਤ ਜਿਵੇਂ ਜਿਵੇਂ ਉਹ ਜੀਵ ਇਹਨਾਂ 8 ਅੰਗਾਂ ਦੇ ਦੁਆਰਾ ਸਮਾਧੀ ਦੇ ਵਿੱਚ ਪਹੁੰਚਦਾ ਹੈ, ਯੋਗ ਮਤ ਦੀ ਇਹ ਮਾਨਤਾ ਹੈ ਕਿ ਇਹਨਾਂ 8 ਅੰਗਾਂ ਨੂੰ ਅਪਣਾਉਣ ਦੇ ਨਾਲ ਜਦੋਂ ਕੋਈ ਸਾਧਕ 8 ਅੰਗ ਅਪਣਾਉਂਦਿਆਂ ਸਮਾਧੀ ਦੇ ਵਿੱਚ ਲੀਨ ਹੋ ਜਾਂਦਾ ਹੈ, ਉਹ ਆਪਣੇ ਨਿਜ ਸਰੂਪ ਦੇ ਵਿੱਚ ਪਹੁੰਚ ਜਾਂਦਾ ਹੈ, ਉਸ ਨੂੰ ਆਪਣੇ ਨਿਜ ਸਰੂਪ ਦਾ ਗਿਆਨ ਹੋ ਜਾਂਦਾ। ਪਰ ਸਾਧ ਸੰਗਤ ਜੀ, ਧਿਆਨ ਦੇਣਾ, ਅਸੀਂ ਹਰ ਸਮੇਂ ਸਮਾਧੀ ਦੇ ਵਿੱਚ ਨਹੀਂ ਰਹਿ ਸਕਦੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸਿਧਾਂਤ ਹੈ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ, ਸਾਰੇ ਕਾਰ ਵਿਹਾਰ ਕਰਦਿਆਂ ਹੋਇਆਂ ਅਸੀਂ ਉਸ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਹੈ। ਕਿਉਂਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਦੇ ਵਿੱਚ ਸਾਨੂੰ ਉਹਨਾਂ ਗੁਰਸਿੱਖਾਂ ਦੀ, ਉਹਨਾਂ ਭੱਟਾਂ ਦੀ, ਉਹਨਾਂ ਭਗਤਾਂ ਦੀ ਬਾਣੀ ਮਿਲਦੀ ਹੈ ਜਿਨ੍ਹਾਂ ਨੇ ਸੰਸਾਰ ਦੇ ਸਾਰੇ ਕਾਰ ਵਿਹਾਰ ਕਰਦਿਆਂ ਹੋਇਆਂ ਉਸ ਪਰਮੇਸ਼ਰ ਨੂੰ ਪ੍ਰਾਪਤ ਕੀਤਾ।
ਅਸੀਂ ਕਿਸੇ ਵੀ ਭਗਤ ਨੂੰ ਲੈ ਲਈਏ, ਉਸ ਭਗਤ ਨੇ ਆਪਣੀ ਕਿਰਤ ਕਰਦਿਆਂ ਹੋਇਆਂ, ਸੰਸਾਰ ਦੇ ਸਾਰੇ ਵਿਕਾਰ ਵਿਹਾਰ ਕਰਦਿਆਂ ਹੋਇਆਂ ਆਪਣੀ ਜਿਹੜੀ ਅੰਦਰ ਦੀ ਬਿਰਤੀ ਸੀ ਉਸ ਨੂੰ ਪਰਮੇਸ਼ਰ ਦੇ ਨਾਲ ਜੋੜ ਕਰਕੇ ਜਿਹੜਾ ਇਸ ਮਨੁੱਖ ਜਨਮ ਦਾ ਮੇਨ ਮੁੱਖ ਲਕਸ਼ ਸੀ ਪਰਮੇਸ਼ਰ ਪ੍ਰਾਪਤੀ, ਉਹ ਪ੍ਰਾਪਤੀ ਕੀਤੀ। ਜਦੋਂ ਅਸੀਂ ਸਮਾਧੀ ਦੇ ਵਿੱਚ ਬੈਠ ਜਾਵਾਂਗੇ, ਸਮਾਧੀ ਦੇ ਵਿੱਚ ਬੈਠਿਆਂ ਅਸੀਂ ਉਸ ਪਰਮਾਤਮਾ ਦੇ ਨਾਲ ਜੁੜ ਜਾਵਾਂਗੇ। ਸਮਾਧੀ ਤੋਂ ਜਦੋਂ ਫਿਰ ਉੱਠਾਂਗੇ, ਫਿਰ ਸਾਡਾ ਜਿਹੜਾ ਸੰਬੰਧ ਹੈ ਉਹ ਸੰਸਾਰ ਦੇ ਨਾਲ ਹੋ ਜਾਵੇ। ਯੋਗ ਦੇ ਵਿੱਚ ਮੇਨ ਰੂਪ ਦੇ ਵਿੱਚ 3 ਪ੍ਰਕਾਰ ਦਾ ਯੋਗ ਮੰਨਿਆ ਜਾਂਦਾ ਹੈ: ਹਠ ਯੋਗ, ਕਿਰਿਆ ਯੋਗ ਅਤੇ ਸਹਿਜ ਯੋਗ। ਹਠ ਯੋਗ ਕਹਿੰਦੇ ਹਨ ਇੱਕ ਵਿਅਕਤੀ ਛੱਤ ਦੇ ਉੱਪਰ ਖੜਾ ਹੈ, ਦੂਸਰਾ ਵਿਅਕਤੀ ਥੱਲਿਓਂ ਇੱਟ ਸੁੱਟਦਾ ਹੈ, ਪੱਥਰ ਸੁੱਟਦਾ ਹੈ। ਹੋ ਸਕਦਾ ਉੱਪਰ ਵਾਲੇ ਵਿਅਕਤੀ ਦੇ ਹੱਥ ਦੇ ਵਿੱਚ ਉਹ ਇੱਟ ਆ ਜਾਵੇ, ਪੱਥਰ ਆ ਜਾਵੇ, ਨਾ ਆਵੇ, ਵਾਪਸ ਥੱਲੇ ਵਾਲੇ ਵਿਅਕਤੀ ਦੇ ਸਿਰ ਦੇ ਵਿੱਚ ਆ ਕਰਕੇ ਵੱਜ ਸਕਦੀ ਹੈ, ਉਸ ਦਾ ਨੁਕਸਾਨ ਹੋ ਸਕਦਾ। ਇਸੇ ਤਰ੍ਹਾਂ ਹੀ ਦੂਸਰਾ ਹੈ ਕਿਰਿਆ ਯੋਗ। ਇੱਕ ਵਿਅਕਤੀ ਛੱਤ ਦੇ ਉੱਤੋਂ ਥੱਲੇ ਰੱਸੀ ਲਟਕਾਉਂਦਾ ਹੈ, ਥੱਲੇ ਵਾਲਾ ਵਿਅਕਤੀ ਉਸ ਰੱਸੀ ਦੇ ਨਾਲ ਇੱਟ ਨੂੰ ਬੰਨ੍ਹਦਾ ਹੈ, ਪੱਥਰ ਨੂੰ ਬੰਨ੍ਹਦਾ ਹੈ, ਉੱਪਰ ਵਾਲਾ ਖਿੱਚਦਾ ਹੈ। ਹੋ ਸਕਦਾ ਹੈ ਰੱਸੀ ਖਿਸਕ ਜਾਵੇ, ਇੱਟ ਜਾਂ ਪੱਥਰ ਉਸ ਦੇ ਸਿਰ ਦੇ ਉੱਤੇ ਡਿੱਗ ਜਾਵੇ, ਉਸ ਦੇ ਸਰੀਰ ਦਾ ਨੁਕਸਾਨ ਹੋ ਜਾਵੇ। ਤੀਸਰਾ ਸਾਧਨ ਹੈ ਸਹਿਜ ਯੋਗ। ਉਸ ਵਿਅਕਤੀ ਨੇ ਇੱਟ ਨੂੰ, ਪੱਥਰ ਨੂੰ ਆਪਣੇ ਸਿਰ ਦੇ ਉੱਤੇ ਚੱਕਿਆ, ਹੌਲੀ ਹੌਲੀ ਪੌੜੀਆਂ ਚੜ੍ਹਦਿਆਂ ਚੜ੍ਹਦਿਆਂ ਸਟੈਪ ਵਾਈਜ਼ ਕਰਦਿਆਂ ਛੱਤ ਦੇ ਉੱਤੇ ਉਸ ਪੱਥਰ ਨੂੰ, ਇੱਟ ਨੂੰ ਲੈ ਕਰਕੇ ਪਹੁੰਚ ਗਿਆ। ਇਹ ਹੈ ਸਹਿਜ ਯੋਗ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਜਿਹੜਾ ਮਾਰਗ ਹੈ ਉਹ ਸਹਿਜ ਯੋਗ ਹੈ, ਨਾ ਕਿਰਿਆ ਯੋਗ ਹੈ ਅਤੇ ਨਾ ਹਠ ਯੋਗ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਗੁਰਮਤ ਦੇ ਵਿੱਚ ਸਹਿਜ ਯੋਗ ਦੱਸਿਆ ਹੈ ਕਿ ਭਾਈ ਤੁਸੀਂ ਉਸ ਪਰਮੇਸ਼ਰ ਦੀ ਜਿਹੜੀ ਪ੍ਰਾਪਤੀ ਕਰਨੀ ਹੈ ਉਹ ਸਹਿਜ ਦੇ ਵਿੱਚ ਰਹਿੰਦਿਆਂ ਹੋਇਆਂ ਕਰਨੀ ਹੈ, ਸਰਲਤਾ ਦੇ ਨਾਲ, ਸਹਿਜਤਾ ਦੇ ਨਾਲ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਮਾਰਗ ਦੱਸਿਆ ਹੈ। ਅਗਰ ਅਸੀਂ ਉਸ ਗੁਰਮਤ ਦੇ ਮਾਰਗ ਦੇ ਉੱਤੇ ਚੱਲਦਿਆਂ ਹੋਇਆਂ ਗੁਰਮਤ ਦੇ ਮਾਰਗ ਨੂੰ ਅਪਣਾਉਂਦੇ ਹਾਂ, ਸੁਭਾਵਿਕ ਹੈ ਸਾਨੂੰ ਆਪਣੇ ਲਕਸ਼ ਦੀ ਪ੍ਰਾਪਤੀ ਹੋ ਜਾਂਦੀ। ਸਿੱਧਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਪ੍ਰਸ਼ਨ ਕੀਤਾ, ਦੁਨੀਆ ਸਾਗਰ ਦੁੱਤਰ ਕਹੀਏ, ਅਰਥਾਤ ਜਿਹੜਾ ਇਹ ਸੰਸਾਰ ਹੈ ਇਹ ਬਹੁਤ ਦੁੱਤਰ ਹੈ। ਇਹ ਜਿਹੜਾ ਸੰਸਾਰ ਦੁੱਤਰ ਹੈ, ਦੁਸਤਰ ਹੈ, ਜਿਸ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਹੈ। ਕਿਉਂਕਿ ਜਦੋਂ ਆਪਾਂ ਅਧਿਆਤਮ ਦੀ ਵਿਚਾਰ ਕਰਦੇ ਹਾਂ, ਸਭ ਤੋਂ ਪਹਿਲਾਂ ਸਾਡੇ ਸਾਹਮਣੇ ਆ ਕਰਕੇ ਸੰਸਾਰ ਖੜਾ ਹੋ ਜਾਂਦਾ ਹੈ ਕਿ ਇਸ ਸੰਸਾਰ ਰੂਪੀ ਸਮੁੰਦਰ ਨੂੰ ਜਿਹੜਾ ਬਹੁਤ ਦੁਸਤਰ ਹੈ, ਜਿਹੜਾ ਪਾਰ ਕਰਨਾ ਬਹੁਤ ਮੁਸ਼ਕਲ ਹੈ, ਉਸ ਨੂੰ ਕਿਵੇਂ ਪਾਰ ਕੀਤਾ ਜਾਵੇ, ਇਸ ਸੰਸਾਰ ਦੇ ਵਿੱਚੋਂ ਪਾਰ ਕਿਵੇਂ ਲੰਘਿਆ ਜਾਵੇ। ਅਰਥਾਤ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ, ਇਸ ਸਮੁੰਦਰ ਨੂੰ ਅਸੀਂ ਪਾਰ ਕਿਵੇਂ ਕਰਨਾ ਹੈ। ਫਿਰ ਇਸੇ ਤਰ੍ਹਾਂ ਪ੍ਰਸ਼ਨ ਕਰਦਿਆਂ ਸਿੱਧਾਂ ਨੇ ਅਨੇਕ ਪ੍ਰਸ਼ਨ ਕੀਤੇ ਹਨ ਕਿ ਤੁਹਾਡਾ ਜਿਹੜਾ ਮਾਰਗ ਹੈ, ਤੁਸੀਂ ਜਿਸ ਮਾਰਗ ਦੇ ਉੱਤੇ ਚੱਲ ਰਹੇ ਹੋ, ਜਿਹੜਾ ਤੁਸੀਂ ਵਪਾਰ ਕਰ ਰਹੇ ਹੋ, ਸਾਚ ਅਰਥਾਤ ਜਿਹੜਾ ਤੁਸੀਂ ਆਪਣਾ ਵਣਜ ਕਰ ਰਹੇ ਹੋ, ਵਪਾਰ ਕਰ ਰਹੇ ਹੋ, ਕਿਸ ਮਾਰਗ ਦੇ ਦੁਆਰਾ, ਕਿਸ ਪੰਥ ਦੇ ਦੁਆਰਾ ਤੁਸੀਂ ਆਪਣੇ ਸੇਵਕਾਂ ਨੂੰ ਉਸ ਪਰਮ ਲਕਸ਼ ਤੱਕ ਪਹੁੰਚਾਓਗੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਅੰਤਰ ਸ਼ਬਦ ਅਰਥਾਤ ਜਦੋਂ ਸਾਡੇ ਹਿਰਦੇ ਦੇ ਵਿੱਚ ਸ਼ਬਦ ਚੱਲਦਾ ਹੈ, ਜਿਵੇਂ ਜਿਵੇਂ ਅਸੀਂ ਸ਼ਬਦ ਦੇ ਨਾਲ ਜੁੜਦੇ ਹਾਂ, ਅੰਤਰ ਸ਼ਬਦ ਨਿਰੰਤਰ ਮੁਦਰਾ, ਹਉਮੈ ਮਮਤਾ ਦੂਰ ਕਰੀ, ਕਾਮ ਕ੍ਰੋਧ ਅਹੰਕਾਰ ਨਿਵਾਰੈ, ਗੁਰ ਕੇ ਸ਼ਬਦ ਸੋ ਸਮਝ ਪਰੀ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਦੋਂ ਸਾਡੇ ਅੰਦਰ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸ਼ਬਦ ਚੱਲਦਾ ਹੈ, ਜਿਵੇਂ ਜਿਵੇਂ ਅਸੀਂ ਸ਼ਬਦ ਦੇ ਨਾਲ ਜੁੜਾਂਗੇ, ਸ਼ਬਦ ਦੀ ਨਿਰੰਤਰ ਆਰਾਧਨਾ ਕਰਾਂਗੇ, ਇਹ ਸ਼ਬਦ ਹੀ ਸਾਡੀ ਮੁਦਰਾ ਹਨ। ਜੋਗੀਆਂ ਨੇ ਆਪਣੇ ਅਨੇਕ ਸਾਧਨ ਦੱਸੇ ਹਨ ਕਿ ਅਸੀਂ ਖਿੰਤਾ ਰੱਖਦੇ ਹਾਂ, ਮੁਦਰਾ ਪਾਉਂਦੇ ਹਾਂ, ਆਪਣੇ ਸਾਰੇ ਸਾਧਨ ਗਿਨਾਏ ਅਨੇਕ ਪ੍ਰਸ਼ਨ ਕਰਕੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਇਹ ਜਿਹੜੇ ਬਾਹਰ ਦੇ ਸਾਧਨ ਹਨ, ਇਹਨਾਂ ਬਾਹਰ ਦੇ ਸਾਧਨਾਂ ਦਾ ਸਾਡੀ ਅੰਤਰ ਆਤਮਾ ਦੇ ਨਾਲ ਕੋਈ ਸੰਬੰਧ ਨਹੀਂ।
ਸਾਡੀ ਜਿਹੜੀ ਅੰਤਰ ਆਤਮਾ ਹੈ, ਉਸ ਅੰਤਰ ਆਤਮਾ ਦਾ ਸੰਬੰਧ ਸ਼ਬਦ ਦੇ ਨਾਲ ਹੈ। ਜਦੋਂ ਸਾਡੇ ਅੰਦਰ ਸ਼ਬਦ ਚੱਲੇਗਾ, ਸ਼ਬਦ ਦੇ ਦੁਆਰਾ ਹੀ ਸਾਡੇ ਅੰਦਰ ਜਿਹੜਾ ਮੋਹ ਹੈ, ਸਾਡੇ ਅੰਦਰ ਜਿਹੜੀ ਮਮਤਾ ਹੈ, ਉਸ ਮਮਤਾ ਦਾ ਨਾਸ਼ ਹੋਵੇਗਾ। ਜਿੰਨਾ ਚਿਰ ਤੱਕ ਸਾਡੇ ਅੰਦਰੋਂ ਮੋਹ ਨਾਸ਼ ਨਹੀਂ ਹੋਵੇਗਾ, ਮਮਤਾ ਖਤਮ ਨਹੀਂ ਹੋਵੇਗੀ, ਅਸੀਂ ਬਾਹਰ ਦੇ ਜਿੰਨੇ ਮਰਜ਼ੀ ਸਾਧਨ ਅਪਣਾ ਲਈਏ, ਉਹਨਾਂ ਚਿਰ ਤੱਕ ਸਾਨੂੰ ਆਪਣੇ ਜੀਵਨ ਦੇ ਵਿੱਚ ਸਫਲਤਾ ਨਹੀਂ ਮਿਲ ਸਕਦੀ। ਇਸ ਵਾਸਤੇ ਭਾਈ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਦਰਸਾਉਣਾ ਕੀਤਾ ਕਿ ਅਸੀਂ ਜਦੋਂ ਸ਼ਬਦ ਦੀ ਆਰਾਧਨਾ ਕਰਦੇ ਹਾਂ, ਸ਼ਬਦ ਦੇ ਨਾਲ ਜੁੜਦੇ ਹਾਂ, ਸ਼ਬਦ ਦੀ ਆਰਾਧਨਾ ਦੇ ਨਾਲ ਹੀ ਸਾਡੇ ਅੰਦਰੋਂ ਮਮਤਾ ਖਤਮ ਹੁੰਦੀ। ਜਿਵੇਂ ਅਸੀਂ ਉਦਾਹਰਨ ਲੈ ਲਈਏ, ਦ੍ਰਿਸ਼ਟਾਂਤ ਆਉਂਦਾ ਹੈ ਕਿ ਇੱਕ ਵਾਰ ਇੱਕ ਵਿਅਕਤੀ ਵਿਦੇਸ਼ ਦੇ ਵਿੱਚ ਵਪਾਰ ਕਰਨ ਵਾਸਤੇ ਚਲਿਆ ਗਿਆ। ਵਪਾਰ ਕਰਦਿਆਂ ਕਰਦਿਆਂ ਬਹੁਤ ਜ਼ਿਆਦਾ ਲੰਮਾ ਸਮਾਂ ਬੀਤ ਗਿਆ। ਉਸਦਾ ਛੋਟਾ ਜਿਹਾ ਬੱਚਾ ਸੀ, ਉਹ ਪੈਦਾ ਹੋਇਆ। ਉਸਦੇ ਰਹਿੰਦਿਆਂ ਹੌਲੀ ਹੌਲੀ ਬੱਚਾ ਵੱਡਾ ਹੁੰਦਾ ਗਿਆ, ਜਵਾਨ ਹੋ ਗਿਆ। ਬੱਚੇ ਨੇ ਆਪਣੀ ਮਾਂ ਨੂੰ ਪੁੱਛਣਾ ਕੀਤਾ ਕਿ ਮੇਰਾ ਬਾਪ ਕੌਣ ਹੈ, ਕਿੱਥੇ ਹੈ। ਉਸਨੇ ਦੱਸਿਆ ਕਿ ਉਹ ਫਲਾਣੇ ਦੇਸ਼ ਦੇ ਵਿੱਚ ਰਹਿੰਦਾ ਹੈ, ਫਲਾਣਾ ਉਸਦਾ ਨਾਮ ਹੈ, ਫਲਾਣਾ ਉਸਦਾ ਐਡਰੈਸ ਹੈ, ਬਹੁਤ ਸਮਾਂ ਹੋ ਗਿਆ ਤੇਰੇ ਪਿਤਾ ਨੂੰ ਵਿਦੇਸ਼ ਗਿਆ। ਕਹਿੰਦੇ ਉਹ ਬੱਚਾ ਆਪਣੇ ਪਿਤਾ ਨੂੰ ਲੈਣ ਵਾਸਤੇ ਆਪਣੇ ਘਰ ਦੇ ਵਿੱਚੋਂ ਚੱਲ ਪਿਆ। ਜਾਂਦਿਆਂ ਜਾਂਦਿਆਂ ਇੱਕ ਜਗ੍ਹਾ ਕਿਸੇ ਸਰਾਂ ਦੇ ਵਿੱਚ ਠਹਿਰ ਗਿਆ। ਉਸ ਸਰਾਂ ਦੇ ਵਿੱਚ ਠਹਿਰਨ ਦੇ ਕਾਰਨ ਕੀ ਹੋਇਆ ਕਿ ਉਧਰੋਂ ਉਸਦਾ ਪਿਤਾ ਵੀ ਵਾਪਸ ਆ ਰਿਹਾ ਆਪਣੇ ਘਰ ਨੂੰ। ਉਸੇ ਸਰਾਂ ਦੇ ਵਿੱਚ ਉਹ ਠਹਿਰ ਗਿਆ। ਰਾਤ ਦਾ ਸਮਾਂ ਹੋ ਗਿਆ। ਰਾਤ ਦੇ ਸਮੇਂ ਉਸ ਬੱਚੇ ਦੇ ਪੇਟ ਦੇ ਵਿੱਚ ਇੰਨੀ ਜ਼ਿਆਦਾ ਦਰਦ ਹੋਈ ਕਿ ਉਹ ਦਰਦ ਦੇ ਨਾਲ ਤੜਫਣ ਲੱਗ ਪਿਆ। ਉਹ ਜਿਹੜਾ ਸੇਠ ਸੀ, ਵਿਅਕਤੀ ਵਿਦੇਸ਼ ਦੇ ਵਿੱਚ ਗਿਆ ਸੀ, ਉਸਨੇ ਦੇਖਿਆ ਕਿ ਮੇਰੀ ਨੀਂਦ ਖਰਾਬ ਹੋ ਗਈ। ਮੈਨੇਜਰ ਨੂੰ ਜਾ ਕਰਕੇ ਕਿਹਾ ਕਿ ਇਸ ਬੱਚੇ ਨੂੰ ਇਸ ਸਰਾਂ ਦੇ ਵਿੱਚੋਂ ਬਾਹਰ ਕੱਢ ਦਿਓ, ਕਿਉਂਕਿ ਮੇਰੀ ਨੀਂਦ ਖਰਾਬ ਹੋ ਰਹੀ। ਠੰਡ ਦਾ ਸਮਾਂ ਸੀ। ਉਸ ਬੱਚੇ ਨੂੰ ਉਸ ਸਰਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਬੱਚਾ ਬਾਹਰ ਠੰਡ ਦੇ ਵਿੱਚ ਤੜਫਦਿਆਂ ਤੜਫਦਿਆਂ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ। ਕਹਿੰਦੇ ਉਸ ਵਿਅਕਤੀ ਦੇ ਉੱਤੇ ਕੋਈ ਅਸਰ ਨਹੀਂ ਪਿਆ। ਜਦੋਂ ਸਵੇਰ ਹੋਇਆ, ਪਤਾ ਲੱਗਾ ਕਿ ਉਸ ਵਿਅਕਤੀ ਦੀ ਮੌਤ ਹੋ ਗਈ, ਜਿਸ ਨੂੰ ਬਾਹਰ ਕੱਢਿਆ ਗਿਆ ਸੀ। ਕਹਿੰਦੇ ਉਸ ਨੂੰ ਕੋਈ ਦੁੱਖ ਨਹੀਂ ਹੋਇਆ, ਕੋਈ ਤਕਲੀਫ ਨਹੀਂ ਹੋਈ, ਕੋਈ ਪਰੇਸ਼ਾਨੀ ਨਹੀਂ। ਜਦੋਂ ਉਸ ਬੱਚੇ ਦੀ ਜੇਬ ਦੇ ਵਿੱਚੋਂ ਪੱਤਰ ਕੱਢਿਆ, ਉਸ ਪੱਤਰ ਦੇ ਵਿੱਚ ਆਪਣਾ ਐਡਰੈਸ ਦੇਖਿਆ, ਪਤਾ ਲੱਗਾ ਕਿ ਇਹ ਮੇਰਾ ਪੁੱਤਰ ਸੀ। ਉਸੇ ਵੇਲੇ ਕਹਿੰਦੇ ਉਹ ਵਿਅਕਤੀ ਤੜਫਣ ਲੱਗ ਪਿਆ। ਕਿਉਂ ਤੜਫਣ ਲੱਗ ਪਿਆ? ਕਿ ਉਸ ਦੀ ਮਮਤਾ ਜਾਗ ਗਈ। ਪਤਾ ਲੱਗ ਗਿਆ ਕਿ ਇਹ ਬੱਚਾ ਮੇਰਾ ਹੈ। ਜਦੋਂ ਅਸੀਂ ਕਿਸੇ ਸੰਸਾਰ ਦੀ ਵਸਤੂ ਦੇ ਨਾਲ, ਵਿਅਕਤੀ ਦੇ ਨਾਲ, ਪਦਾਰਥ ਦੇ ਨਾਲ ਆਪਣਾ ਸੰਬੰਧ ਜੋੜ ਲੈਂਦੇ ਹਾਂ, ਸਾਡੇ ਅੰਦਰ ਮਮਤਾ ਪੈਦਾ ਹੋ ਜਾਂਦੀ ਹੈ। ਉਹੀ ਮਮਤਾ ਸਾਡੀ ਇਸ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਉਲਝਾਉਣ ਦਾ ਕਾਰਨ ਬਣਦੀ। ਜਿਵੇਂ ਜਿਵੇਂ ਅਸੀਂ ਇਸ ਮਮਤਾ ਤੋਂ ਉੱਪਰ ਉੱਠਾਂਗੇ, ਆਪਣੇ ਅੰਦਰੋਂ ਮੋਹ ਮਮਤਾ ਨੂੰ ਤਿਆਗਾਂਗੇ, ਤਾਂ ਹੀ ਭਾਈ ਹੌਲੀ ਹੌਲੀ ਅਸੀਂ ਇਹਨਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਵਿਕਾਰਾਂ ਨੂੰ ਖਤਮ ਕਰਾਂਗੇ। ਇਹ ਵਿਕਾਰ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਸਾਡੇ ਕਿਵੇਂ ਖਤਮ ਹੋਣਗੇ? ਜਦੋਂ ਅਸੀਂ ਗੁਰੂ ਦੀ ਆਗਿਆ ਦੇ ਵਿੱਚ ਰਹਿ ਕਰਕੇ। ਜਿਵੇਂ ਜਿਵੇਂ ਸਿੱਧ ਪ੍ਰਸ਼ਨ ਕਰਦੇ ਹਨ ਕਿ ਅਸੀਂ ਇਹ ਜਿਹੜੇ ਵਿਕਾਰ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੂੰ ਕਿਵੇਂ ਖਤਮ ਕਰਾਂਗੇ? ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਜਾਵਾਂਗੇ, ਗੁਰੂ ਦੇ ਚਰਨਾਂ ਦੇ ਵਿੱਚ ਰਵਾਂਗੇ। ਗੁਰੂ ਦੀ ਕਿਰਪਾ ਦੇ ਦੁਆਰਾ ਹੀ ਸਾਡੇ ਅੰਦਰੋਂ ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ ਆਦਿ, ਹੰਕਾਰ ਆਦਿ ਵਿਕਾਰ ਹਨ, ਇਹ ਖਤਮ ਹੋਣਗੇ। ਫਿਰ ਸਿੱਧਾਂ ਨੇ ਇਹ ਪ੍ਰਸ਼ਨ ਕੀਤਾ ਕਿ ਸੰਸਾਰ ਦੇ ਵਿੱਚੋਂ ਪਾਰ ਹੋਣ ਦਾ ਮਾਰਗ ਕੀ ਹੈ? ਕਿਹੜਾ ਵਿਅਕਤੀ ਹੈ ਜਿਹੜਾ ਇਸ ਦੁਸਤਰ ਮਾਇਆ ਦੇ ਵਿੱਚ ਉਲਝ ਜਾਂਦਾ ਹੈ, ਅਤੇ ਕਿਹੜਾ ਵਿਅਕਤੀ ਹੈ ਜਿਹੜਾ ਇਸ ਦੁਸਤਰ ਮਾਇਆ ਦੇ ਵਿੱਚੋਂ ਪਾਰ ਹੋ ਜਾਂਦਾ ਹੈ? ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਜਿਹੜਾ ਮਨਮੁਖ ਹੈ, ਉਹ ਮਨਮੁਖ ਇਸ ਸੰਸਾਰ ਦੇ ਵਿੱਚ ਉਲਝ ਜਾਂਦਾ, ਸੰਸਾਰ ਦੁਸਤਰ ਦੇ ਵਿੱਚ ਫਸ ਜਾਂਦਾ ਹੈ। ਕਿਉਂ ਫਸ ਜਾਂਦਾ ਹੈ? ਕਿ ਉਹ ਆਪਣੀ ਮਤ ਨੂੰ ਵਰਤਦਾ ਹੈ। ਆਪਣੀ ਮਤ ਨੂੰ ਵਰਤਣ ਦੇ ਕਾਰਨ ਉਹ ਜੀਵ ਇਸ ਸੰਸਾਰ ਦੇ ਵਿੱਚ ਉਲਝਦਿਆਂ ਉਲਝਦਿਆਂ 84 ਦੇ ਚੱਕਰ ਦੇ ਵਿੱਚ ਪੈ ਜਾਂਦਾ।
ਜਿਹੜਾ ਜੀਵ ਗੁਰਮੁਖ ਬਣ ਜਾਂਦਾ ਹੈ, ਆਪਣੇ ਗੁਰੂ ਵੱਲ ਨੂੰ ਮੁਖ ਕਰਕੇ ਚੱਲਦਾ ਹੈ, ਗੁਰੂ ਦੀ ਆਗਿਆ ਮੰਨਦਾ ਹੈ, ਗੁਰੂ ਦੇ ਦੱਸੇ ਮਾਰਗ ਤੇ ਚੱਲਦਾ ਹੈ, ਉਹ ਵਿਅਕਤੀ ਆਪਣੇ ਇਸ ਮਨੁੱਖ ਜਨਮ ਦੇ ਲਾਹੇ ਨੂੰ ਪ੍ਰਾਪਤ ਕਰ ਜਾਂਦਾ ਹੈ। ਕਿਉਂਕਿ ਭਾਈ ਜਿਹੜੀ ਮੁਕਤੀ ਹੈ ਇਹ ਸਾਨੂੰ ਕਿਸੇ ਵਿਸ਼ੇਸ਼ ਸਾਧਨ ਦੇ ਦੁਆਰਾ ਪ੍ਰਾਪਤ ਨਹੀਂ ਹੁੰਦੀ। ਜਿਹੜੀ ਮੁਕਤੀ ਦੀ ਪ੍ਰਾਪਤੀ ਦਾ ਮਾਰਗ ਹੈ ਉਹ ਕੇਵਲ ਤਾਂ ਕੇਵਲ ਗੁਰੂ ਦੀ ਕਿਰਪਾ ਹੈ। ਅਤੇ ਗੁਰੂ ਦੀ ਕਿਰਪਾ ਕਿਹਦੇ ਉੱਤੇ ਹੁੰਦੀ ਹੈ? ਜਿਹੜਾ ਗੁਰਮੁਖ ਹੁੰਦਾ ਹੈ, ਜਿਹੜਾ ਗੁਰਮਤਿ ਨੂੰ ਧਾਰਨ ਕਰਦਾ ਹੈ। ਜਿਵੇਂ ਜਿਵੇਂ ਅਸੀਂ ਗੁਰਮਤਿ ਨੂੰ ਧਾਰਨ ਕਰਾਂਗੇ, ਗੁਰਮਤਿ ਨੂੰ ਧਾਰਨ ਕਰਦਿਆਂ ਕਰਦਿਆਂ ਹੀ ਸਾਡੇ ਜੀਵਨ ਦੇ ਵਿੱਚ ਗੁਰਮੁਖਾਂ ਵਾਲੇ ਗੁਣ ਆਉਣਗੇ। ਜਦੋਂ ਅਸੀਂ ਗੁਰਮੁਖ ਬਣਾਂਗੇ ਤਾਂ ਹੀ ਭਾਈ ਸਾਡਾ ਇਸ ਸੰਸਾਰ ਦੇ ਉੱਤੋਂ ਪਾਰ ਉਤਾਰਾ ਹੋਵੇਗਾ। ਇਸ ਵਾਸਤੇ ਜਦੋਂ ਸਿੱਧਾਂ ਨੇ ਇਹ ਪ੍ਰਸ਼ਨ ਕੀਤਾ ਕਿ ਤੁਸੀਂ ਕੌਣ ਹੋ, ਕਿੱਥੋਂ ਆਏ ਹੈ, ਕੀ ਤੁਹਾਡਾ ਟਿਕਾਣਾ ਹੈ, ਕੀ ਤੁਹਾਡਾ ਪੰਥ ਹੈ, ਕੀ ਤੁਹਾਡਾ ਮਾਰਗ ਹੈ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਅਸੀਂ ਉਸ ਸੱਚ ਵਪਾਰ ਦੇ ਵਪਾਰੀ, ਅਸੀਂ ਇਸ ਸੰਸਾਰ ਦੇ ਵਿੱਚ ਸੱਚ ਦਾ ਵਪਾਰ ਕਰਨ ਆਏ ਹਾਂ। ਅਤੇ ਸੱਚ ਦਾ ਵਪਾਰ ਅਸੀਂ ਕੀ ਕਰਨਾ ਹੈ? ਗੁਰਮੁਖ ਬਣ ਕਰਕੇ ਗੁਰਮਤਿ ਦੇ ਵਿੱਚ ਚੱਲਦਿਆਂ ਹੋਇਆਂ ਜਿਵੇਂ ਜਿਵੇਂ ਅਸੀਂ ਗੁਰਮਤਿ ਨੂੰ ਧਾਰਨ ਕਰਾਂਗੇ, ਗੁਰਮੁਖਾਂ ਵਾਲਾ ਜੀਵਨ ਅਪਣਾਵਾਂਗੇ, ਗੁਰਮੁਖਾਂ ਵਾਲਾ ਜੀਵਨ ਅਪਣਾਉਣ ਦੇ ਨਾਲ ਹੀ ਸਾਡਾ ਇਹ ਜਿਹੜਾ ਮਨੁੱਖ ਜਨਮ ਹੈ ਉਹ ਸਫਲ ਹੋਵੇ। ਫਿਰ ਜਿਵੇਂ ਜਿਵੇਂ ਸਿੱਧ ਅੱਗੇ ਤੋਂ ਅੱਗੇ ਪ੍ਰਸ਼ਨ ਕਰਦੇ ਹਨ, ਸਤਿਗੁਰੂ ਪਾਤਸ਼ਾਹ ਜੀ ਉਹਨਾਂ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ ਹੋਇਆਂ ਘੁਮਾ ਫਿਰਾ ਕੇ ਫਿਰ ਸਿੱਧਾਂ ਨੂੰ ਸ਼ਬਦ ਦੇ ਉੱਤੇ ਲੈ ਆਉਂਦੇ ਹਨ, ਨਾਮ ਦੇ ਉੱਤੇ ਲੈ ਆਉਂਦੇ ਹਨ। ਜਦੋਂ ਸਿੱਧ ਮਨ ਦੇ ਉੱਤੇ ਪ੍ਰਸ਼ਨ ਕਰਦੇ ਹਨ ਕਿ ਜਿਹੜਾ ਇਹ ਮਨ ਹੈ ਇਹ ਬਹੁਤ ਚੰਚਲ ਹੈ, ਇਸ ਮਨ ਨੂੰ ਕਿਵੇਂ ਟਿਕਾਵ ਦੇ ਵਿੱਚ ਲਿਆਈਏ? ਕਿਉਂਕਿ ਸਾਰੀ ਪਵਾੜੇ ਦਾ ਜੜ ਸਾਡਾ ਮਨ ਹੈ। ਅਗਰ ਸਾਡਾ ਮਨ ਚੰਚਲ ਹੈ, ਅਸੀਂ ਕਿੰਨੇ ਵੀ ਸਾਧਨ ਕਰ ਲਈਏ, ਸਾਨੂੰ ਆਪਣੇ ਲਕਸ਼ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਮਨ ਚਲਤੋ ਸੱਚ ਕਰ ਬੈਸੇ, ਨਾਨਕ ਨਾਮ ਆਧਾਰੋ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਇਹ ਜਿਹੜਾ ਸਾਡਾ ਮਨ ਹੈ ਬਹੁਤ ਚੰਚਲ ਹੈ, ਪਰ ਇਹ ਸਥਿਰ ਕਿਵੇਂ ਹੋਵੇਗਾ, ਟਿਕੇਗਾ ਕਿਵੇਂ? ਜਦੋਂ ਇਸ ਨੂੰ ਨਾਮ ਦਾ ਆਧਾਰ ਮਿਲੇਗਾ, ਨਾਮ ਦਾ ਆਸਰਾ ਮਿਲੇਗਾ, ਸ਼ਬਦ ਦਾ ਆਸਰਾ ਮਿਲੇਗਾ। ਜਿਵੇਂ ਜਿਵੇਂ ਅਸੀਂ ਸ਼ਬਦ ਨੂੰ ਨਾਮ ਦੇ ਨਾਲ ਜੋੜਾਂਗੇ, ਉਵੇਂ ਉਵੇਂ ਸਾਡਾ ਜਿਹੜਾ ਮਨ ਹੈ ਉਹ ਸਥਿਰਤਾ ਵਾਲੇ ਪਾਸੇ ਜਾਵੇ। ਕਿਉਂਕਿ ਅਰਜਨ ਨੇ ਵੀ ਭਗਵਾਨ ਕ੍ਰਿਸ਼ਨ ਨੂੰ ਇਹ ਕਹਿ ਦਿੱਤਾ ਸੀ, ਅਰਜਨ ਉਸ ਸਮੇਂ ਦਾ ਭਾਰਤ ਵਰਸ਼ ਦਾ ਦੁਨੀਆ ਦਾ ਸਭ ਤੋਂ ਮਹਾਨ ਯੋਧਾ ਸੀ, ਧਨੁਰਧਾਰੀ ਸੀ। ਉਸਨੇ ਵੀ ਹੱਥ ਖੜੇ ਕਰ ਦਿੱਤੇ ਆਪਣੇ ਗੁਰੂ ਦੇ ਅੱਗੇ, ਕ੍ਰਿਸ਼ਨ ਭਗਵਾਨ ਦੇ ਅੱਗੇ। ਕਹਿੰਦਾ ਭਗਵਾਨ ਇਹ ਮਨ ਜਿਹੜਾ ਹੈ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ, ਬਹੁਤ ਜ਼ਿਆਦਾ ਚੰਚਲ ਹੈ। ਇਸ ਮਨ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ? ਕਹਿੰਦੇ ਭਗਵਾਨ ਕ੍ਰਿਸ਼ਨ ਨੇ ਉੱਤਰ ਦਿੱਤਾ, ਅਭਿਆਸੇਨ ਤੂੰ ਕੌਂਤੇਆ ਵੈਰਾਗੇਣ ਚ ਗ੍ਰਹੀਅਤੇ। ਕਹਿੰਦੇ ਜਿਵੇਂ ਜਿਵੇਂ ਤੂੰ ਨਾਮ ਦਾ ਅਭਿਆਸ ਕਰੇਂਗਾ, ਸ਼ਬਦ ਦਾ ਅਭਿਆਸ ਕਰੇਂਗਾ ਅਤੇ ਸੰਸਾਰ ਵੱਲੋਂ ਤੂੰ ਉਪਰਾਮਤਾ ਕਰੇਂਗਾ, ਵੈਰਾਗ ਧਾਰਨ ਕਰੇਂਗਾ, ਤਾਂ ਹੀ ਭਾਈ ਤੇਰਾ ਜਿਹੜਾ ਮਨ ਹੈ ਉਹ ਕੰਟਰੋਲ ਦੇ ਵਿੱਚ ਆਵੇਗਾ। ਸਤਿਗੁਰੂ ਪਾਤਸ਼ਾਹ ਵੀ ਗੁਰਬਾਣੀ ਦੇ ਵਿੱਚ ਕਿਰਪਾ ਕਰਦੇ ਹਨ, ਮਾਈ ਮਨ ਮੇਰੋ ਬਸ ਨਾਹੇ, ਨਿਸ ਬਾਸਰ ਬਿਖਿਆਨ ਕੋ ਧਾਵਤ ਕਿਹ ਬਿਦ ਰੋਕੋ ਤਾਹੇ। ਅਰਥਾਤ ਜਿਹੜਾ ਸਾਡਾ ਮਨ ਹੈ ਇਹ ਦਿਨ ਰਾਤ ਸੰਸਾਰ ਦੇ ਵਿਸ਼ਿਆਂ ਵੱਲ ਦੌੜਦਾ ਹੈ, ਦਿਨ ਰਾਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਲ ਦੌੜਦਾ ਹੈ। ਸਾਧ ਸੰਗਤ ਜੀ ਅਸੀਂ ਦੇਖਦੇ ਹਾਂ ਕਿ ਸਾਡੇ ਸਾਹਮਣੇ ਇੱਕ ਸਿੱਕਾ ਪਿਆ ਹੈ। ਅਸੀਂ ਇਹ ਕਹੀਏ ਕਿ ਇੱਕੇ ਟਾਈਮ ਦੇ ਵਿੱਚ ਉਸ ਸਿੱਕੇ ਦੇ ਦੋਨੋਂ ਪਹਿਲੂ ਅਸੀਂ ਦੇਖ ਸਕੀਏ, ਇਹ ਕਦੀ ਨਹੀਂ ਹੋ ਸਕਦਾ। ਕਿਉਂਕਿ ਜਦੋਂ ਵੀ ਅਸੀਂ ਉਸ ਸਿੱਕੇ ਨੂੰ ਪਕੜਾਂਗੇ, ਦੇਖਾਂਗੇ, ਇੱਕ ਸਮੇਂ ਦੇ ਵਿੱਚ ਉਸ ਦਾ ਇੱਕ ਪਾਸਾ ਹੀ ਦੇਖ ਸਕਦੇ ਹਾਂ। ਅਗਰ ਉਸ ਦਾ ਏਕੇ ਵਾਲਾ ਪਾਸਾ ਸਾਡੇ ਵੱਲ ਹੋਵੇਗਾ ਤਾਂ ਦੂਸਰੇ ਪਾਸੇ ਦੀ ਪਿੱਠ ਹੋ ਜਾਵੇਗੀ। ਅਗਰ ਏਕੇ ਵਾਲਾ ਪਾਸਾ 1 ਰੁਪਏ ਦਾ ਦੂਸਰੇ ਪਾਸੇ ਜਾਵੇਗਾ ਤਾਂ ਉਸ ਦੀ ਸਾਡੇ ਵੱਲ ਪਿੱਠ ਹੋ ਜਾਵੇਗੀ, ਦੂਸਰਾ ਅਸੀਂ ਦੇਖਾਂਗੇ। ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਸਿੱਧਾਂ ਨੂੰ ਕਹਿੰਦੇ ਹਨ ਕਿ ਭਾਈ ਅਗਰ ਤੁਸੀਂ ਅਧਿਆਤਮਤਾ ਨੂੰ ਪ੍ਰਾਪਤ ਕਰਨਾ ਹੈ ਤਾਂ ਜਿਹੜਾ ਤੁਸੀਂ ਆਪਣੇ ਅੰਦਰ ਹੰਕਾਰ ਪਾਲਿਆ ਹੋਇਆ ਹੈ ਇਸ ਨੂੰ ਖਤਮ ਕਰਨਾ ਪਵੇਗਾ, ਇਸ ਦੇ ਵੱਲ ਤੁਹਾਨੂੰ ਪਿੱਠ ਕਰਨੀ ਪਵੇਗੀ।
ਜਦੋਂ ਅਸੀਂ ਕਾਮ, ਕ੍ਰੋਧ, ਲੋਭ, ਮੋਹ ਵੱਲ ਦੌੜਦੇ ਹਾਂ ਤਾਂ ਸੁਭਾਵਿਕ ਹੈ ਸਾਡੀ ਪਰਮੇਸ਼ਰ ਵੱਲ ਪਿੱਠ ਹੋ ਜਾਂਦੀ ਹੈ। ਦੇਖਣ ਨੂੰ ਅਸੀਂ ਜਿੰਨੇ ਮਰਜ਼ੀ ਵੱਡੇ ਸਾਧਕ ਦਿਖੀਏ, ਜਿੰਨੇ ਮਰਜ਼ੀ ਵੱਡੇ ਸਿੱਧ ਦਿਖੀਏ, ਪਰ ਜਦੋਂ ਅਸੀਂ ਕਾਮ, ਕ੍ਰੋਧ, ਲੋਭ, ਮੋਹ ਵੱਲ ਦੌੜਾਂਗੇ, ਸੁਭਾਵਿਕ ਹੈ ਸਾਡੀ ਪਰਮੇਸ਼ਰ ਵੱਲ ਪਿੱਠ ਹੋ ਜਾਵੇਗੀ, ਕਿਉਂਕਿ ਇਹ ਇੱਕ ਸਿੱਕੇ ਦੇ ਦੋ ਪਹਿਲੂ ਹਨ। ਜਦੋਂ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੱਲ ਪਿੱਠ ਕਰਾਂਗੇ ਤਾਂ ਸੁਭਾਵਿਕ ਹੈ ਸਾਡਾ ਜਿਹੜਾ ਮੁੱਖ ਹੈ ਉਹ ਗੁਰੂ ਵੱਲ ਹੋ ਜਾਵੇਗਾ, ਅਸੀਂ ਗੁਰਮੁਖ ਬਣ ਜਾਵਾਂਗੇ। ਜਦੋਂ ਅਸੀਂ ਗੁਰਮੁਖ ਬਣਾਂਗੇ, ਗੁਰਮੁਖ ਬਣਨ ਦੇ ਨਾਲ ਹੀ ਸਾਡਾ ਜਿਹੜਾ ਮੁੱਖ ਲਕਸ਼ ਹੈ, ਜਿਸ ਲਕਸ਼ ਨੂੰ ਲੈ ਕਰਕੇ ਅਸੀਂ ਇਸ ਸੰਸਾਰ ਦੇ ਵਿੱਚ ਆਏ ਹਾਂ, ਉਸ ਦੀ ਪ੍ਰਾਪਤੀ ਹੋ ਸਕਦੀ। ਫਿਰ ਚਰਚਾ ਕਰਦਿਆਂ ਸਤਿਗੁਰੂ ਪਾਤਸ਼ਾਹ ਜੀ ਸਿੱਧਾਂ ਨੂੰ ਸੇਵਾ ਦੇ ਬਾਰੇ ਕਿਰਪਾ ਕਰਦੇ ਹਨ ਕਿ ਭਾਈ ਜਦੋਂ ਅਸੀਂ ਸੇਵਕ ਬਣ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਜਾ ਕਰਕੇ ਸੇਵਾ ਕਰਦੇ ਹਾਂ ਤਾਂ ਸੇਵਾ ਦੇ ਦੁਆਰਾ ਹੀ ਸਾਡਾ ਜਿਹੜਾ ਅਧਿਆਤਮ ਦਾ ਮਾਰਗ ਹੈ ਉਹ ਖੁੱਲ੍ਹਦਾ ਹੈ। ਜਿਵੇਂ ਜਿਵੇਂ ਅਸੀਂ ਸੇਵਕ ਬਣਦੇ ਹਾਂ, ਨਿਮਰਤਾ ਸੇਵਕ ਬਣਨ ਦਾ ਮਤਲਬ ਕੀ ਹੈ ਕਿ ਜਿਹੜੀ ਸਾਡੇ ਅੰਦਰ ਨਿਮਰਤਾ ਆਉਂਦੀ ਹੈ, ਉਸ ਨਿਮਰਤਾ ਦੇ ਦੁਆਰਾ ਸਾਡਾ ਜਿਹੜਾ ਅਹੰਕਾਰ ਹੈ ਉਹ ਖਤਮ ਹੁੰਦਾ ਹੈ। ਜਿਵੇਂ ਜਿਵੇਂ ਅਸੀਂ ਆਪਣੇ ਅੰਦਰ ਸੇਵਕਪਨ ਨੂੰ ਧਾਰਨ ਕਰਾਂਗੇ, ਨਿਮਰਤਾ ਨੂੰ ਧਾਰਨ ਕਰਾਂਗੇ, ਉਸ ਨਿਮਰਤਾ ਨੂੰ ਧਾਰਨ ਕਰਦਿਆਂ ਹੀ ਸਾਡਾ ਜਿਹੜਾ ਸ਼ਬਦ ਹੈ ਉਹ ਸ਼ਬਦ ਦੇ ਨਾਲ ਸਾਡੀ ਬਿਰਤੀ ਜੁੜੇਗੀ। ਕਿਉਂਕਿ ਜਿੱਥੇ ਇਹ ਪ੍ਰਸ਼ਨ ਕੀਤਾ ਗਿਆ ਹੈ, ਮਾਈ ਮਨ ਮੇਰੋ ਬਸ ਨਾਹੀ, ਨਿਸਬਾਸਰ ਬਿਖਿਆਨ ਕੋ ਧਾਵਤ ਕਿਹ ਬਿਦ ਰੋਕੋ ਤਾਹੇ, ਉਸ ਦਾ ਨਾਲ ਉੱਤਰ ਵੀ ਦਿੱਤਾ ਗਿਆ ਹੈ, ਜਿਉ ਮੰਦਰ ਕੋ ਥਾਮੇ ਥਮਨ, ਤਿਉ ਗੁਰ ਕਾ ਸ਼ਬਦ ਮਨੇ ਅਸਤਮ। ਜਿਸ ਤਰ੍ਹਾਂ ਪਿੱਲਰਾਂ ਦੇ ਆਧਾਰ ਦੇ ਉੱਤੇ ਮਕਾਨ ਟਿਕਿਆ ਹੋਇਆ ਹੈ, ਇਹਨਾਂ ਪੈਪਾਂ ਦੇ ਆਧਾਰ ਦੇ ਉੱਤੇ ਇਹ ਟੈਂਟ ਟਿਕਿਆ ਹੋਇਆ ਹੈ, ਇਸੇ ਤਰ੍ਹਾਂ ਹੀ ਜਿਹੜਾ ਸਾਡਾ ਚੰਚਲ ਮਨ ਹੈ, ਸਤਿਗੁਰੂ ਪਾਤਸ਼ਾਹ ਜੀ ਸਿੱਧਾਂ ਨੂੰ ਦਰਸਾਉਂਦੇ ਹਨ ਕਿ ਜਿਹੜਾ ਸਾਡਾ ਇਹ ਚੰਚਲ ਮਨ ਹੈ, ਇਹ ਚੰਚਲ ਮਨ ਟਿਕੇਗਾ ਕਿੱਥੇ? ਸ਼ਬਦ ਦੇ ਦੁਆਰਾ। ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵ। ਅਗਰ ਜਿਹੜਾ ਇੱਕ ਸ਼ਬਦ ਹੈ ਉਹ ਸ਼ਬਦ ਸਾਡੇ ਹਿਰਦੇ ਦੇ ਵਿੱਚ ਟਿਕ ਜਾਵੇਗਾ, ਅਸੀਂ ਇੱਕ ਸ਼ਬਦ ਦੇ ਅਰਾਧੀ ਬਣ ਜਾਵਾਂਗੇ। ਸਤਿਗੁਰੂ ਪਾਤਸ਼ਾਹ ਜੀ ਨੇ ਸਿੱਧਾਂ ਦੇ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਹੌਲੀ ਹੌਲੀ ਸਿੱਧਾਂ ਨੂੰ ਕਿੱਥੇ ਲਿਆ ਕੇ ਟਿਕਾਇਆ? ਸ਼ਬਦ ਗੁਰੂ ਸੁਰਤ ਧੁਨ ਚਿੱਲ। ਅਰਥਾਤ ਜਿਹੜਾ ਸ਼ਬਦ ਹੈ ਉਹ ਗੁਰੂ ਹੈ। ਜਦੋਂ ਅਸੀਂ ਸ਼ਬਦ ਦੇ ਦੁਆਰਾ ਆਪਣੀ ਸੁਰਤ ਨੂੰ, ਆਪਣੀ ਬਿਰਤੀ ਨੂੰ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾ ਦੇਵਾਂਗੇ, ਉਸ ਪਰਮੇਸ਼ਰ ਦੇ ਨਾਲ ਆਪਣੀ ਬਿਰਤੀ ਨੂੰ ਜੋੜ ਦੇਵਾਂਗੇ, ਤਾਂ ਹੀ ਭਾਈ ਸਾਨੂੰ ਜਿਹੜਾ ਆਪਣਾ ਮਾਰਗ ਹੈ, ਜਿਹੜਾ ਸਾਡਾ ਲਕਸ਼ ਹੈ, ਉਸ ਦੀ ਪ੍ਰਾਪਤੀ ਹੋਵੇਗੀ। ਇਸ ਵਾਸਤੇ ਜਦੋਂ ਸਿੱਧਾਂ ਦਾ ਵਿਚਾਰ ਨਾਨਕ ਮਤੇ ਹੋਇਆ, ਸੁਮੇਰ ਪਰਬਤ ਤੇ ਹੋਇਆ, ਉਸ ਤੋਂ ਬਾਅਦਾਂ ਅਚਲ ਬਟਾਲੇ ਹੋਇਆ। ਅਚਲ ਬਟਾਲੇ ਦੇ ਵਿੱਚ ਹੀ ਸਿੱਧਾਂ ਦੇ ਨਾਲ ਇਹ ਗੋਸ਼ਟੀ ਦੀ ਸੰਪੂਰਨਤਾ ਹੋਈ। ਗੋਸ਼ਟੀ ਦਾ ਅਰਥ ਹੈ ਕਿ ਜਿਹੜੇ ਅਧਿਆਤਮ ਦੇ ਪਰਿਭਾਸ਼ਿਕ ਸ਼ਬਦ ਹਨ, ਉਹਨਾਂ ਪਰਿਭਾਸ਼ਿਕ ਸ਼ਬਦਾਂ ਦੇ ਬਾਰੇ ਵਿਚਾਰ ਕਰਨੀ, ਮਨ ਦੇ ਬਾਰੇ ਵਿਚਾਰ ਕਰਨੀ, ਸੰਸਾਰ ਦੇ ਬਾਰੇ ਵਿਚਾਰ ਕਰਨੀ, ਆਪਣੇ ਨਿਜ ਸਰੂਪ ਦੇ ਬਾਰੇ ਵਿਚਾਰ ਕਰਨੀ, ਜਿਸ ਦੇ ਬਾਰੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ। ਸਤ ਸੁਹਾਣ ਸਦਾ ਮਨ ਚਾਓ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਨ। ਇਹ ਜਿਹੜਾ ਸਾਡਾ ਮਨ ਹੈ, ਸਾਡੀ ਜੀਵ ਆਤਮਾ ਹੈ, ਇਹ ਜੋਤ ਰੂਪ ਹੈ, ਪ੍ਰਕਾਸ਼ ਰੂਪ ਹੈ, ਪਰਮੇਸ਼ਰ ਰੂਪ ਹੈ। ਪਰ ਜਦੋਂ ਅਸੀਂ ਆਪਣੇ ਆਪ ਨੂੰ ਇਸ ਸਰੀਰ ਦੇ ਉੱਪਰੋਂ ਉਠਾ ਕਰਕੇ ਆਪਣੇ ਉਸ ਨਿਜ ਸਰੂਪ ਦੇ ਨਾਲ ਜੋੜ ਲਵਾਂਗੇ, ਤਾਂ ਹੀ ਭਾਈ ਸਾਨੂੰ ਆਪਣੇ ਨਿਜ ਸਰੂਪ ਦੀ ਪ੍ਰਾਪਤੀ ਹੋਵੇਗੀ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਧਾਂ ਦੇ ਨਾਲ ਅਨੇਕ ਪ੍ਰਕਾਰ ਦੇ ਵਿਸ਼ਿਆਂ ਦੇ ਉੱਤੇ ਵਿਚਾਰ ਕੀਤੇ। ਅਖੀਰ ਦੇ ਵਿੱਚ ਸਿੱਧਾਂ ਨੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਿਰ ਝੁਕਾ ਦਿੱਤਾ ਕਿ ਸਤਿਗੁਰੂ ਪਾਤਸ਼ਾਹ ਜੀ, ਤੁਹਾਡੀ ਜਿਹੜੀ ਕਮਾਈ ਹੈ ਉਹ ਧਨ ਹੈ, ਅਰਥਾਤ ਤੁਸੀਂ ਇਸ ਸੰਸਾਰ ਦੇ ਪਾਰ ਉਤਾਰੇ ਵਾਸਤੇ ਆਏ ਹੋ। ਸਿੱਧਾਂ ਨੇ ਜਿਹੜਾ ਆਪਣਾ ਯੋਗ ਮਤ ਸੀ, ਉਸ ਮਤ ਨੂੰ ਵੀ ਅਪਣਾਇਆ ਅਤੇ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਸੁਰਤ ਧੁਨ ਚੇਲੇ ਦਾ ਸਿਧਾਂਤ ਦ੍ਰਿੜ ਕਰਵਾਇਆ,
ਉਸ ਸਿਧਾਂਤ ਨੂੰ ਦ੍ਰਿੜ ਕਰਕੇ ਜਦੋਂ ਅਸੀਂ ਗਿਆਨ ਦੇ ਮਾਰਗ ਤੇ ਚੱਲਦੇ ਹਾਂ, ਗਿਆਨ ਮਾਰਗ ਦੇ ਵਿੱਚ 8 ਸਾਧਨ ਹਨ। ਵਿਵੇਕ, ਵੈਰਾਗ, ਛਟ ਸੰਪਤੀ, ਮੁਮੁਕਸ਼ੁਤਾ, ਸ਼੍ਰਵਣ, ਮਨਨ, ਨਿਧਿਧਿਆਸਨ, ਤਤਵ ਪਦ ਦਾ ਸੰਸ਼ੋਧਨ। ਜਿਵੇਂ ਜਿਵੇਂ ਅਸੀਂ ਇਹਨਾਂ ਸਾਧਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਵਾਂਗੇ, ਸੰਸਾਰ ਦੇ ਵੱਲੋਂ ਵੈਰਾਗ ਧਾਰਨ ਕਰਾਂਗੇ, ਆਪਣੇ ਜੀਵਨ ਦੇ ਵਿੱਚ ਵਿਵੇਕ ਜਾਗਰਤ ਕਰਾਂਗੇ ਕਿ ਅਸੀਂ ਕਿਸ ਵਾਸਤੇ ਆਏ ਹਾਂ, ਕਿੱਥੋਂ ਆਏ ਹਾਂ। ਜਿਵੇਂ ਜਿਵੇਂ ਅਸੀਂ ਆਪਣੇ ਜੀਵਨ ਦੇ ਵਿੱਚ ਸ਼ਰਧਾ ਨੂੰ ਧਾਰਨ ਕਰਾਂਗੇ, ਸ਼ਰਧਾ ਨੂੰ ਧਾਰਨ ਕਰਕੇ ਫਿਰ ਜਦੋਂ ਅਸੀਂ ਸ਼ਰਵਣ ਕਰਾਂਗੇ, ਕਿਉਂਕਿ ਜਿਹੜੀ ਸਿੱਧਾਂ ਨੂੰ ਸਿੱਧੀ ਦੀ ਪ੍ਰਾਪਤੀ ਹੋਈ ਹੈ, ਉਹ ਸਿੱਧੀ ਦੀ ਪ੍ਰਾਪਤੀ ਕਿੱਥੋਂ ਹੋਈ ਹੈ? ਸਤਿਗੁਰੂ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਵਿੱਚ ਕਿਰਪਾ ਕੀਤੀ ਹੈ। ਸੁਣਿਐ ਸਿੱਧ ਪੀਰ ਸੁਰਨਾਥ, ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਕੇਵਲ ਸੁਣਨਾ ਕੀਤਾ ਹੈ, ਮਨਨ ਨਹੀਂ ਕੀਤਾ, ਨਿਧਿਧਿਆਸਨ ਨਹੀਂ ਕੀਤਾ, ਉਹਨਾਂ ਨੂੰ ਸਿੱਧੀ ਦੀ ਪ੍ਰਾਪਤੀ ਹੁੰਦੀ। ਇਸ ਵਾਸਤੇ ਭਾਈ ਜਦੋਂ ਅਸੀਂ ਉਸ ਨਾਮ ਦੇ ਬਾਰੇ ਸ਼ਰਵਣ ਕਰਾਂਗੇ, ਫਿਰ ਉਸ ਨਾਮ ਦੇ ਬਾਰੇ ਮਨਨ ਕਰਾਂਗੇ, ਫਿਰ ਮਨਨ ਹੋਏ ਕੀਤੇ ਦਾ ਅਸੀਂ ਨਿਧਿਧਿਆਸਨ ਕਰਾਂਗੇ, ਤਾਂ ਹੀ ਸਾਡਾ ਜਿਹੜਾ ਮਨ ਹੈ ਉਹ ਸ਼ਬਦ ਦੇ ਨਾਲ ਜੁੜੇਗਾ, ਸਾਡੀ ਜਿਹੜੀ ਬਿਰਤੀ ਹੈ ਉਹ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜੇਗੀ। ਇਸ ਪ੍ਰਕਾਰ ਦੇ ਨਾਲ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਜਿਹੜੇ ਸਾਡੇ ਪਰਿਭਾਸ਼ਿਕ ਸ਼ਬਦ ਹਨ, ਉਹਨਾਂ ਪਰਿਭਾਸ਼ਿਕ ਸ਼ਬਦਾਂ ਦੇ ਬਾਰੇ ਵਿਚਾਰ ਕਰਦੇ ਹਾਂ, ਗੋਸ਼ਟੀ ਕਰਦੇ ਹਾਂ, ਤਾਂ ਹੀ ਸਾਨੂੰ ਆਪਣੇ ਮਨੁੱਖ ਜਨਮ ਦਾ ਜਿਹੜਾ ਮੁੱਖ ਲਕਸ਼ ਹੈ, ਮੇਨ ਲਕਸ਼ ਹੈ, ਉਸ ਲਕਸ਼ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸਿੱਧ ਗੋਸ਼ਟ ਦੀ ਜਿਹੜੀ ਬਾਣੀ ਹੈ, ਇਹ ਸਾਡੇ ਵਾਸਤੇ ਇਸੇ ਵਾਸਤੇ ਰਚਨਾ ਕੀਤੀ ਹੈ ਕਿ ਅਸੀਂ ਇਹਦੇ ਵਿੱਚ ਪਰਿਭਾਸ਼ਿਕ ਸ਼ਬਦਾਂ ਦਾ ਵਿਚਾਰ ਕਰਕੇ ਸਾਨੂੰ ਪਤਾ ਲੱਗੇ ਕਿ ਸੰਸਾਰ ਕੀ ਹੈ, ਮਨ ਕੀ ਹੈ, ਮਨ ਨੂੰ ਕਿਵੇਂ ਰੋਕਣਾ ਹੈ, ਆਪਣੇ ਮਨ ਤੇ ਕਿਵੇਂ ਕੰਟਰੋਲ ਕਰਨਾ ਹੈ, ਗੁਰਮੁਖ ਕਿਵੇਂ ਬਣਨਾ ਹੈ, ਸੇਵਕ ਕਿਵੇਂ ਬਣਨਾ ਹੈ, ਕਿਵੇਂ ਅਸੀਂ ਉਸ ਸ਼ਬਦ ਦੀ ਆਰਾਧਨਾ ਕਰਨੀ ਹੈ, ਕਿਵੇਂ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜਨਾ ਹੈ। ਜਿਵੇਂ ਜਿਵੇਂ ਅਸੀਂ ਇਹਨਾਂ ਵਿਸ਼ਿਆਂ ਦੇ ਉੱਤੇ ਬਾਰ-ਬਾਰ ਵਿਚਾਰ ਕਰਾਂਗੇ, ਚਿੰਤਨ ਕਰਾਂਗੇ, ਗੋਸ਼ਟੀ ਕਰਾਂਗੇ, ਤਾਂ ਸੁਭਾਵਿਕ ਹੈ ਕਿ ਭਾਈ ਜਿਹੜਾ ਸਾਡਾ ਮਨੁੱਖ ਜਨਮ ਦਾ ਲਕਸ਼ ਹੈ, ਸਾਨੂੰ ਆਪਣੇ ਉਸ ਮਨੁੱਖ ਜਨਮ ਦੇ ਲਕਸ਼ ਦੀ ਪ੍ਰਾਪਤੀ ਹੋਵੇਗੀ। ਬਾਣੀ ਸਾਰੀ ਅੰਮ੍ਰਿਤ ਰੂਪ ਹੈ, ਪਰ ਜਿਹੜੀ ਸਿੱਧ ਗੋਸ਼ਟ ਦੀ ਬਾਣੀ ਹੈ, ਇਹ ਕੇਵਲ ਤਾਂ ਕੇਵਲ ਉਸ ਪਰਮ ਪਿਤਾ ਪਰਮਾਤਮਾ ਦੇ ਬਾਰੇ ਵਿਚਾਰ ਹੈ ਕਿ ਉਸ ਪਰਮਾਤਮਾ ਨੂੰ ਵਿਸ਼ੇਸ਼ ਪ੍ਰਕਾਰ ਦੇ ਨਾਲ ਕਿਵੇਂ ਜਾਣਨਾ ਹੈ, ਕਿਹੜੇ-ਕਿਹੜੇ ਸਾਧਨ ਅਪਣਾਉਣੇ ਹਨ, ਅਰਥਾਤ ਦੂਸਰੇ ਮਤਾਂ ਦੇ ਵਿੱਚ ਉਲਝ ਕਰਕੇ ਆਪਣੇ ਮਤ ਨੂੰ ਨਹੀਂ ਤਿਆਗਣਾ। ਜੋ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਬਦ ਦਾ ਸਿਧਾਂਤ ਦਿੱਤਾ ਹੈ, ਅਸੀਂ ਸ਼ਬਦ ਦੇ ਅਰਾਧੀ ਹੋ ਕਰਕੇ ਇਸ ਸੰਸਾਰ ਦੇ ਵਿੱਚੋਂ ਆਪਣਾ ਪਾਰ ਉਤਾਰਾ ਕਰਨਾ ਹੈ। ਇਹਨਾਂ ਸ਼ਬਦਾਂ ਦੇ ਨਾਲ ਹੀ ਪਰਮ ਸਤਿਕਾਰਯੋਗ ਸੰਤ ਬਾਬਾ ਹਰਚਰਨ ਸਿੰਘ ਜੀ ਮਹਾਰਾਜ, ਜਿਨ੍ਹਾਂ ਦਾ ਇਹ ਬਹੁਤ ਵੱਡਾ ਉਦਮ ਉਪਰਾਲਾ ਹੈ ਕਿ ਹਰ ਸਾਲ ਆਪ ਸੰਗਤਾਂ ਨੂੰ 36 ਦਿਨਾਂ ਦੇ ਵਾਸਤੇ ਸਤਿਗੁਰੂ ਚਰਨਾਂ ਦੇ ਨਾਲ ਜੋੜਦੇ। ਜਿਸ ਤਰ੍ਹਾਂ ਭਾਈ ਅਸੀਂ ਇੱਥੇ 36 ਦਿਨ ਆ ਕਰਕੇ ਸਿਮਰਨ ਕਰਦੇ ਹਾਂ, ਪਾਠ ਕਰਦੇ ਹਾਂ, ਕੀਰਤਨ ਸ਼ਰਵਣ ਕਰਦੇ ਹਾਂ, ਕਥਾ ਸ਼ਰਵਣ ਕਰਦੇ ਹਾਂ, ਇਹ 36 ਦਿਨ ਸਾਡੀ ਕਲਾਸ ਹੈ। ਫਿਰ ਪੂਰੇ ਦਾ ਪੂਰਾ ਸਾਲ ਅਸੀਂ ਇੱਥੇ ਜੋ ਸ਼ਰਵਣ ਕੀਤਾ ਹੈ, ਜੋ ਅਸੀਂ ਕਥਾ ਸੁਣੀ ਹੈ, ਕੀਰਤਨ ਸੁਣਿਆ ਹੈ, ਜੋ ਸਾਡੀ ਨਾਮ ਸਿਮਰਨ ਦੀ ਰੋਜ਼ਾਨਾ ਦੀ ਰੁਟੀਨ ਹੈ, ਉਸ ਨੂੰ ਰੋਜ਼ਾਨਾ ਆਪਣੇ ਘਰ ਦੇ ਵਿੱਚ ਜਿਵੇਂ ਜਿਵੇਂ ਅਸੀਂ ਅਪਣਾਵਾਂਗੇ, ਉਸੇ ਰੁਟੀਨ ਨੂੰ ਜਿਵੇਂ ਘਰ ਦੇ ਵਿੱਚ ਪਰਿਪੱਕ ਕਰ ਲਵਾਂਗੇ, ਤਾਂ ਹੌਲੀ ਹੌਲੀ ਅਸੀਂ ਸਟੇਜ ਬਾਈ ਸਟੇਜ ਕਰਦਿਆਂ ਆਪਣੇ ਉਸ ਲਕਸ਼ ਨੂੰ ਪ੍ਰਾਪਤ ਕਰ ਲਵਾਂਗੇ, ਜਿਸ ਲਕਸ਼ ਵਾਸਤੇ ਅਸੀਂ ਸੰਸਾਰ ਦੇ ਵਿੱਚ ਆਏ ਹਾਂ। ਇਸੇ ਵਾਸਤੇ ਇਹਨਾਂ ਮਹਾਂਪੁਰਸ਼ਾਂ ਨੂੰ ਕਿਹਾ ਜਾਂਦਾ ਹੈ, ਤੇਰੇ ਜਨ ਪਰਉਪਕਾਰੀ ਆਏ। ਮਹਾਂਪੁਰਸ਼ ਸਾਡੇ ਉੱਤੇ ਪਰਉਪਕਾਰ ਕਰਦੇ ਹਨ। ਕੀ ਪਰਉਪਕਾਰ ਕਰਦੇ ਹਨ? ਸਾਨੂੰ ਨਾਮ ਦੇ ਨਾਲ, ਸੇਵਾ ਦੇ ਨਾਲ, ਸਿਮਰਨ ਦੇ ਨਾਲ, ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਦੇ ਹਨ ਕਿ ਜਿਹੜਾ ਸਾਡਾ ਮਨੁੱਖ ਜਨਮ ਦਾ ਲਕਸ਼ ਹੈ, ਅਸੀਂ ਆਪਣੇ ਉਸ ਮਨੁੱਖ ਜਨਮ ਦੇ ਲਕਸ਼ ਨੂੰ ਪ੍ਰਾਪਤ ਕਰਕੇ
ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਦੀ ਪ੍ਰਾਪਤੀ ਨੂੰ ਪ੍ਰਾਪਤ ਕਰ ਸਕੀਏ। ਇਹਨਾਂ ਸ਼ਬਦਾਂ ਦੇ ਨਾਲ ਹੀ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਰਮ ਸਤਿਕਾਰਯੋਗ ਸੰਤ ਬਾਬਾ ਹਰਚਰਨ ਸਿੰਘ ਜੀ, ਜਿਨ੍ਹਾਂ ਦੇ ਬਾਰੇ ਗ੍ਰੰਥਕਾਰ ਕਥਨ ਕਰਦੇ ਹਨ, ਚਿਤ ਮਹਿ ਚਿੰਤਨ ਬ੍ਰਹਮ ਕਾ, ਦੇਹ ਕਰੇ ਸਤ ਕਰਮ, ਬਾਣੀ ਸਤ ਭਾਸ਼ਣ ਕਰੇ, ਜਹੀ ਹੈ ਮਾਨਵ ਧਰਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।